ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਰੰਗਲਾ ਪੰਜਾਬ ਰੇਡੀਓ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ ਬ੍ਰਿਗੇਡੀਅਰ ਨਵਾਬ ਸਿੰਘ ਜੀ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਗੱਲਬਾਤ ਦਾ ਵਿਸ਼ਾ ਤੁਸੀਂ ਜਾਣ ਚੁੱਕੇ ਹੋ ਕਿ ਮੇਨ ਸਾਡਾ ਕੀ ਹੈ। ਵੈਲਕਮ ਜੀ ਸਰਦਾਰ ਸਾਹਿਬ, ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਦੁਨੀਆ ਭਰ 'ਚ ਜਿਹੜੇ ਪੰਜਾਬੀ ਤੁਹਾਨੂੰ ਸੁਣਦੇ ਆ, ਹੁਣ ਤਾਂ ਤੁਸੀਂ ਗਲੋਬਲ ਹੋ ਗਏ ਹੋ, ਔਰ ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਚਾਵਲਾ ਸਾਹਿਬ। ਔਰ ਇਹਦੇ ਵਿੱਚ ਪੰਨੂ ਸਾਹਿਬ ਦਾ ਬੜਾ ਵੱਡਾ ਹੱਥ ਆ, ਉਹਨਾਂ ਨੇ ਬੜਾ ਸਾਨੂੰ ਈ ਬਾਬਾ ਤੇ ਬੜਾ ਮਾਣ ਦਿੱਤਾ ਜੀ, ਔਰ ਤੁਸੀਂ ਵੀ ਬੜਾ ਮਾਣ ਦਿੱਤਾ, ਸਤਿਕਾਰ ਦਿੱਤਾ। ਔਰ ਅੱਜ ਕੱਲ੍ਹ YouTube ਦਾ ਜ਼ਮਾਨਾ ਜੀ, ਫੇਸਬੁੱਕ ਦਾ ਜ਼ਮਾਨਾ ਹੈ ਹਾਂਜੀ, ਔਰ ਨਾਲ ਦੀ ਨਾਲ IPTV ਬਾਕਸ, ਹਰ ਐਪਸ ਦੇ ਬੜੀ ਵੱਡੀ ਤਾਦਾਦ ਦੇ ਵਿੱਚ ਵੱਖ-ਵੱਖ ਰੇਡੀਓ ਟੈਲੀਵਿਜ਼ਨ ਜਿਹੜੇ ਨੇ ਸੁਣੇ ਜਾਂਦੇ ਨੇ। ਜਿਵੇਂ ਤੁਸੀਂ ਦੁਨੀਆ ਕਿ ਦੱਸਿਆ ਕਿ ਦੁਨੀਆ ਜਿਹੜੀ ਹੈ ਅੱਜ ਕੱਲ੍ਹ ਹਰ ਖਬਰ ਤੋਂ ਵਾਕਫ ਹੈ। ਪਹਿਲਾਂ ਤਾਂ ਅਸੀਂ ਜੇ ਕੋਈ ਖਬਰ ਪੜ੍ਹਦੇ ਸਾਂ ਤਾਂ ਉੱਥੇ ਕਿਸੇ ਨੇਤਾ ਨੂੰ ਫੋਨ ਕਰਨਾ, ਅੱਛਾ ਟੋਰਾਂਟੋ 'ਚ ਪਹੁੰਚ ਵੀ ਗਈ ਖਬਰ, ਸਾਨੂੰ ਤਾਂ ਪਤਾ ਨਹੀਂ ਲੱਗੀ। ਪਰ ਹੁਣ ਗਲੋਬਲਾਈਜੇਸ਼ਨ ਦਾ ਜ਼ਮਾਨਾ ਜੀ। ਸੋ ਐਨੀਵੇ ਬੜਾ ਅੱਛਾ ਲੱਗਾ ਤੁਹਾਡੇ ਵੱਲੋਂ ਇਹ ਜਿਹੜੇ ਲਫ਼ਜ਼ ਤੁਸੀਂ ਸਾਡੇ ਲਈ ਕਹੇ ਨੇ। ਅੱਛਾ, ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਡਰਾ ਸ਼ੁਰੂ ਕੀਤਾ, ਜਿਹੜੇ ਸਾਡੇ ਰੰਗਲਾ ਪੰਜਾਬ ਟੈਲੀਵਿਜ਼ਨ ਨੂੰ ਦੇਖਣ ਵਾਸਤੇ ਸਾਡੇ ਕੋਲ ਸੇਵਾਵਾਂ ਲੈਂਦੇ ਨੇ। ਛੋਟਾ ਜਿਹਾ ਜਾਦੂਮਈ ਬਕਸਾ ਜਾਂ ਆਪਣੇ ਘਰਾਂ ਦੇ ਵਿੱਚ ਪਏ ਜਾਦੂਮਈ ਬਕਸੇ ਨੂੰ ਮੂਧਿਆਂ ਮਾਰ ਕੇ ਧੜਾ ਧੜ ਸਾਨੂੰ ਫੋਟੋਆਂ ਭੇਜਦੇ ਨੇ, ਉਹਨਾਂ ਨੂੰ ਅਸੀਂ ਖੁਸ਼ ਕਰਦੇ ਹਾਂ। ਅੱਜ ਅਸੀਂ ਇੱਕ ਡਰਾ ਕੱਢਣਾ, ਤੁਹਾਡੇ ਕੋਲੋਂ 1 2 3 ਕਰਾਉਣੀ ਹੈ, ਮਾਣ ਦੇਣਾ ਤੁਹਾਨੂੰ ਤੇ ਤੁਹਾਡੇ ਕੋਲ ਮਾਣ ਲੈਣਾ। ਹਾਂਜੀ ਚਾਵਲਾ ਸਾਹਿਬ, ਇਹ ਮੇਰਾ ਆਨਰ ਹੈ ਡਰਾ ਕੱਢਣ ਦਾ। ਉਹ ਤੋਂ ਪਹਿਲਾਂ ਮੈਂ ਦੋ ਛੋਟੇ ਜਿਹੇ ਕਮੈਂਟ ਮਾਰਦਾ। ਇਹ ਮੈਂ ਕਹਿਣਾ ਚਾਹੁੰਦਾ, ਬਹੁਤ ਸਾਰੇ ਜਿਹੜੇ ਪੜ੍ਹੇ ਲਿਖੇ ਸੱਜਣ ਨੇ ਉਹ ਕਈ ਵਾਰੀ ਮੀਡੀਆ ਨੂੰ ਸੁਣਦੇ ਹੁੰਦੇ ਆ, ਪਰ ਕੋਈ ਓਪਨਲੀ ਐਕਨੋਲੇਜ ਨਹੀਂ ਕਰਦੇ। ਪਰ ਮੈਂ ਓਪਨਲੀ ਐਕਨੋਲੇਜ ਕਰਦਾ ਕਿ ਮੈਂ ਚਾਵਲਾ ਸਾਹਿਬ ਨੂੰ ਸੁਣਦਾ ਹੁੰਦਾ, ਉਹ ਵੇਖਦਾ ਵੀ ਹੁੰਦਾ। ਔਰ ਦੂਸਰਾ ਇਹ ਕਹਿਣਾ ਚਾਹੁੰਦਾ ਕਿ ਚਲੋ ਰੇਡੀਓ ਮੀਡੀਆ ਚਲਾਉਣਾ ਤੁਹਾਡਾ ਬਿਜ਼ਨਸ ਹੈ, ਪਰ ਤੁਸੀਂ ਇੱਕ ਇਹੋ ਜਿਹਾ ਅਦਾਰਾ ਹੈ ਜਿਹੜੇ ਕਿ ਬਿਜ਼ਨਸ ਨਾਲ ਗ੍ਰੇਸ ਨਾਲ ਕੀਤਾ, ਵਾਹਿਗੁਰੂ ਦੀ ਗ੍ਰੇਸ ਨਾਲ ਕੀਤਾ, ਸੱਚ ਨਾਲ ਕੀਤਾ। ਬਿਜ਼ਨਸ ਬਹੁਤ ਤਰ੍ਹਾਂ ਹੋ ਸਕਦੇ ਆ, ਪਰ ਇਹ ਵੀ ਮੇਰੀ ਇੱਕ ਐਨਾਲਿਸਿਸ ਹੈ, ਮੇਰਾ ਇੱਕ ਨਿਚੋੜ ਹੈ, ਔਰ ਮੈਂ ਆਪਣੇ ਦਿਲੋਂ ਕਹਿ ਰਿਹਾ, ਨਾ ਕਿ ਤੁਸੀਂ ਮੈਨੂੰ ਪ੍ਰੋਗਰਾਮ ਤੇ ਲਿਆ ਤਾਂ ਕਹਿ ਰਿਹਾ। ਬਹੁਤ ਬਹੁਤ ਮਿਹਰਬਾਨੀ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਜੀ, ਤੁਸੀਂ ਇਹ ਜਿਹੜੇ ਸ਼ਬਦ ਬੋਲੇ ਨੇ, ਬਹੁਤ ਬਹੁਤ ਸ਼ੁਕਰੀਆ। ਅਤੇ ਲਓ ਫਿਰ ਅਸੀਂ ਇੱਕ ਚਰਖੜੀ ਜੀ ਘੁਮਾਉਣੀ ਹੈ। ਉਹਦੇ ਵਿੱਚ ਅੱਜ ਇੱਕ ਬੜਾ ਪਿਆਰਾ ਸਾਡੇ MRS ਬੈੱਡ ਬਾਥ ਐਂਡ ਡਿਕੋਰ ਸਾਨੂੰ ਮਾਣ ਦਿੰਦੇ ਨੇ, ਹਰ ਹਫ਼ਤੇ ਉਹ ਡਰਾ ਦੇ ਵਿੱਚ ਸ਼ਾਮਿਲ ਹੁੰਦੇ ਨੇ। ਅਤੇ ਆਓ ਫਿਰ ਆਪਾਂ ਇੱਕ ਡਰਾ ਕੱਢਦੇ ਹਾਂ ਜੀ। ਪਹਿਲਾਂ 1 2 3 ਕਰਦੇ ਹਾਂ, ਡਰਾ ਦਿਖਾ ਦਿੱਤਾ ਜਾਵੇਗਾ ਪਹਿਲਾਂ ਵੀ ਕੀ ਨਿਕਲਣਾ। ਸੋ ਉਸ ਵੀਰ ਨੂੰ ਇੱਥੋਂ ਘੰਟੀ ਵੀ ਖੜਕਾਉਣੀ ਹੈ ਨਾਲ ਹੀ ਤੁਹਾਨੂੰ ਲੈ ਕੇ, ਅਤੇ ਫਿਰ ਉਹਨਾਂ ਨੂੰ ਆਪਾਂ ਵਧਾਈ ਦੇ ਕੇ ਫਿਰ ਆਪਾਂ ਗੱਲਬਾਤ ਸ਼ੁਰੂ ਕਰ ਲੈਣੀ ਹੈ। ਅਸੀਂ MRS ਬੈੱਡ ਬਾਥ ਐਂਡ ਡਿਕੋਰ ਵੱਲੋਂ ਕੱਢਿਆ ਜਾ ਰਿਹਾ ਇਹ ਪਿਆਰਾ ਜਿਹਾ ਗਿਫਟ, ਜੋ ਤੁਸੀਂ ਜਾ ਕੇ ਬਈ ਕਰਬ ਸਾਈਟ ਪਿਕ ਕਰ ਸਕਦੇ ਹੋ। ਜਾਣ ਤੋਂ ਪਹਿਲਾਂ ਸਾਨੂੰ ਕਾਲ ਜ਼ਰੂਰ ਕਰ ਲੈਣਾ। ਸੋ ਦੇਖਦੇ ਹਾਂ ਅੱਜ ਦਾ ਇਹ ਸੈੱਟ ਕਿਸ ਦੇ ਘਰ ਜਾਂਦਾ ਹੈ। ਸੋ ਲਓ ਜੀ, ਘੁਮਾਓ ਚਰਖੜੀ। ਜਦੋਂ ਮੈਂ ਬ੍ਰਿਗੇਡੀਅਰ ਸਾਹਿਬ ਕਹਾਂਗਾ ਨਾ 1 2 3, ਉਦੋਂ ਤੁਸੀਂ ਇੱਧਰੋਂ ਪੂਰੇ ਜੋਸ਼ ਨਾਲ, ਜਿਵੇਂ ਮੰਨੀ ਉਹ ਕਹਿੰਦੇ ਨੇ ਕਿ ਇੱਕ ਵਾਰੀ ਬੋਲੇ ਸੋ ਨਿਹਾਲ ਦਾ ਜਕਾਰਾ ਬੁਲਾ ਕੇ ਤੇ ਦੁਸ਼ਮਣ ਦੀਆਂ ਫੌਜਾਂ ਨੂੰ ਭਜਾ ਦਿੱਤਾ ਸੀ, ਹੈ ਨਾ, ਭਾਰਤੀ ਫੌਜੀਆਂ ਨੇ। ਹਾਂਜੀ, ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਗੜਕਵਾਂ ਜਿਹਾ। 1 2 3 ਗੋ। 1 2 3 ਗੋ ਚਾਵਲਾ ਗੋ। ਚਾਵਲਾ ਗੋ, ਕਿਆ ਬਾਤ ਹੈ। ਇਹ ਪਹਿਲੇ ਹਫ਼ਤੇ ਅੱਖਰ ਬੜੇ ਮੋਟੇ ਮੋਟੇ ਸੀ, ਹੁਣ ਬਰੀਕ ਬਰੀਕ ਹੁੰਦੇ ਜਾ ਰਹੇ ਆ। ਇਹਦੋਂ ਅਗਲੇ ਹਫ਼ਤੇ ਹੋਰ ਬਰੀਕ ਹੋਣੇ ਨੇ, ਅਗਲੇ ਮਹੀਨੇ ਹੋਰ ਬਰੀਕ ਹੋਣੇ ਨੇ, 6 ਮਹੀਨਿਆਂ ਪਿੱਛੋਂ ਤਾਂ ਦਿਖਣੇ ਹੀ ਨਹੀਂ, ਅਣਕਾਂ ਲਾਉਣੀਆਂ ਪੈਣੀਆਂ। ਹਾਂਜੀ, ਉਹ ਮਾਈਕਰੋਸਕੋਪ ਵਾਲੀਆਂ ਦੇਖਦੇ ਹਾਂ। ਆਹ ਕਿੱਥੇ ਰੁਕ ਗਿਆ, ਕਿਹੜਾ ਗਰੀਨ 'ਤੇ ਹੈ ਜੀ। ਜੱਸੀ ਬਹਮਿੰਦਰ ਸਾਹਿਬ ਜਾ ਨਿਕਲਿਆ ਜੀ। ਜੱਸੀ ਜੀ ਨੂੰ ਕਾਲ ਕੀਤਾ ਜਾਊਗਾ ਅਤੇ ਉਹਨਾਂ ਨੂੰ ਅਸੀਂ ਮੁਬਾਰਕਾਂ ਦੇਵਾਂਗੇ। ਜਦ ਤੱਕ ਸਾਡਾ ਵਿਸ਼ਾ ਅੱਜ ਦਾ ਜਿਹੜਾ ਗੱਲਬਾਤ ਦਾ ਹੈ, ਉਹ ਮੈਂ ਥੋੜ੍ਹਾ ਜਿਹਾ ਪੇੜ ਬੰਨ ਦੇਵਾਂ ਕਿ ਅਕਸਰ ਸਾਡੇ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੇ ਸਤਿਕਾਰਯੋਗ ਪਿਤਾ ਜੀ, ਜੋ ਕਿਤੇ ਫਸਟ ਵਰਲਡ ਵਾਰ ਜਿਹੜੀ ਲੱਗੀ ਹੈ, ਜਾਂ ਕਿਸੇ ਤਰੀਕੇ ਵੀ ਤੁਸੀਂ ਮਹਿਸੂਸ ਕਰਦੇ ਹੋ, ਉਹਨਾਂ ਦੇ ਕੋਲ ਨਾ ਮੋਢਿਆਂ 'ਤੇ ਲੱਗੇ ਹੁੰਦੇ ਮੈਡਲ ਹੁੰਦੇ ਨੇ। ਮੇਰੇ ਵੀ ਸਤਿਕਾਰਯੋਗ ਪਿਤਾ ਜੀ ਦੇ ਮੈਡਲ ਇੱਕ ਛੋਟੀ ਜਿਹੀ ਡੱਬੀ ਹੈ, ਮੇਰੇ ਬੀਜੀ ਨੇ ਬੜੇ ਸੰਭਾਲ ਕੇ ਰੱਖੇ ਸੀ। ਉਹਨਾਂ ਦੇ ਉਹ ਟਰੰਕ ਦੇ ਵਿੱਚ ਜਦੋਂ ਮਾਤਾ ਦੀ ਚੜ੍ਹਾਈ ਕੀਤੇ ਨਿਕਲੇ, ਅਤੇ ਉਹ ਹੁਣ ਮੈਂ ਉਹਨਾਂ ਨੂੰ ਆਪਣੀ ਇੱਕ ਯਾਦਗਾਰ ਨਿਸ਼ਾਨੀ ਸੰਭਾਲ ਕੇ ਫਾਦਰ ਸਾਹਿਬ ਦੀ ਰੱਖੀ ਹੋਈ ਹੈ। ਮੈਨੂੰ ਪਤਾ ਨਹੀਂ
ਕਿ ਉਹ ਕਾਹਦੇ ਲਈ ਮਿਲੇ ਨੇ, ਪਰੰਤੂ ਮੇਰੇ ਵਾਸਤੇ ਉਹ ਅਣਮਿੱਲੇ ਨੇ। ਕੋਹੇ ਨੂਰ ਹੀਰੇ ਤੋਂ ਵੀ ਜ਼ਿਆਦਾ ਉਹਨਾਂ ਦੀ ਕੀਮਤ ਹੈ ਮੇਰੀ ਜ਼ਿੰਦਗੀ ਦੇ ਵਿੱਚ, ਸਾਡੇ ਪਰਿਵਾਰ ਦੀ ਲਾਈਫ ਦੇ ਵਿੱਚ। ਉਹ ਮੈਂ ਮੰਗ ਕੇ ਲਏ ਨੇ ਪਰਿਵਾਰ ਕੋਲੋਂ ਕਿ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਆ ਦੇ ਦਿਓ, ਕਿਉਂਕਿ ਜਿੰਨਾ ਚਿਰ ਮੈਂ ਜਿੰਦਾ ਆ ਮੈਨੂੰ ਪਤਾ ਕਿ ਇਹ ਮੇਰੇ ਸਤਿਕਾਰਯੋਗ ਪਿਤਾ ਜੀ ਦੀ ਨਿਸ਼ਾਨੀ ਹੈ। ਅਤੇ ਬੱਚਿਆਂ ਵਾਸਤੇ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਹੋਣਾ ਵੀ ਕੀ ਆ ਕੀ ਨਹੀਂ, ਉਹਨਾਂ ਵਾਸਤੇ ਤਾਂ ਉਹ ਇੱਕ ਪਿੱਤਲ ਦੇ ਛੱਲੇ ਹੋਣਗੇ। ਸੋ ਉਹ ਸੰਭਾਲ ਕੇ ਰੱਖੇ ਹੋਏ ਨੇ। ਇਸ ਤਰ੍ਹਾਂ ਤੁਸੀਂ ਵੀ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਜੇਕਰ ਜ਼ਿਕਰ ਕੀਤਾ ਹੋਵੇ ਕਿ ਉਹ ਇਹਨਾਂ ਵਾਰਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ, ਇਹਨਾਂ ਲੜਾਈਆਂ ਦੇ ਵਿੱਚ ਤੁਹਾਡੇ ਕਿਤੇ ਦਾਦੇ ਜਿਹੜੇ ਨੇ ਵੱਡ ਵਡੇਰੇ ਉਹਨਾਂ ਨੇ ਕਿਤੇ ਹਿੱਸਾ ਲਿਆ, ਉਹਨਾਂ ਦੇ ਕੋਈ ਮੈਡਲ ਪਏ ਹੋਣ, ਉਹਦੇ ਬਾਰੇ ਵੀ ਜ਼ਿਕਰ ਕਰਨਾ ਹੈ ਬ੍ਰਿਗੇਡੀਅਰ ਸਾਹਿਬ ਨੇ। ਹਾਂਜੀ ਬ੍ਰਿਗੇਡੀਅਰ ਸਾਹਿਬ, ਆਪਾਂ ਸ਼ੁਰੂ ਕਰਦੇ ਹਾਂ। ਜਦ ਤੱਕ ਜੇ ਲਾਈਨ ਸਾਡੀ ਮਿਲ ਗਈ ਤਾਂ ਫਿਰ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ, ਨਹੀਂ ਤਾਂ ਉਹਨਾਂ ਨੂੰ ਅਸੀਂ ਟੈਕਸਟ ਮੈਸੇਜ ਭੇਜ ਦਿੱਤਾ ਹੈ, ਉਹਨਾਂ ਨੂੰ ਮਿਲ ਜਾਣਾ ਅਤੇ ਉਹ ਆਪਣਾ ਗਿਫਟ ਪਿਕ ਕਰ ਲੈਣਗੇ। ਹਾਂਜੀ ਪਲੀਜ਼। ਹਾਂਜੀ ਬਿਲਕੁਲ ਚਾਵਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਸਾਰੇ ਸਰੋਤਿਆਂ ਨੂੰ ਪਤਾ, ਜਿਵੇਂ ਤੁਸੀਂ ਕਿਹਾ ਕਿ ਖਬਰ ਸਾਰਿਆਂ ਨੂੰ ਪਤਾ ਹੁੰਦੀ ਹੈ, ਆਪਾਂ ਉਹ ਚੀਜ਼ਾਂ ਨਹੀਂ ਗੱਲ ਕਰਨੀ। ਜਿਹੜੇ ਫਸਟ ਵਰਲਡ ਵਾਰ 'ਚ, ਸੈਕੰਡ ਵਰਲਡ ਵਾਰ 'ਚ ਸੋਲਜਰਸ ਦੀ ਸ਼ਹਾਦਤ ਹੋਈ ਆ ਜਾਂ ਲੜਾਈਆਂ ਲੜੀਆਂ, ਉਹ 'ਚੋਂ ਪੰਜਾਬੀਆਂ ਦਾ ਬਹੁਤ ਵੱਡਾ ਰੋਲ ਰਿਹਾ। ਮੇਰੇ ਖਿਆਲ ਗੋਰਿਆਂ ਤੋਂ ਨੈਕਸਟ ਸ਼ਾਇਦ ਕੈਜੁਅਲਟੀਆਂ ਵੀ ਪੰਜਾਬੀਆਂ ਦੀਆਂ ਹੋਈਆਂ। ਜੀ ਜੀ। ਵਰਲਡ ਦਾ ਕੋਈ ਇਹੋ ਜਿਹਾ ਬੈਟਲਫੀਲਡ ਨਹੀਂ ਹੈ ਜਿੱਥੇ ਸਾਡਾ ਪੰਜਾਬੀਆਂ ਦਾ ਖੂਨ ਜਾਂ ਪਸੀਨਾ ਨਹੀਂ ਵਹਿਆ। ਔਰ ਬਹੁਤ ਸਾਰੇ ਪੰਜਾਬੀਆਂ ਨੂੰ ਉਹ ਆਨਰ ਨਹੀਂ ਮਿਲਿਆ। ਈਵਨ ਮੈਂ ਕਹੂੰਗਾ ਇੰਡੀਅਨ ਦੇ ਸੋਲਜਰਸ ਜਿਹੜੇ ਲੜੇ ਆ ਬ੍ਰਿਟਿਸ਼ਰਸ ਦੇ ਨਾਲ, ਉਹ ਆਨਰ ਨਹੀਂ ਮਿਲਿਆ ਜਿਹੜਾ ਕਿ ਗੋਰਿਆਂ ਨੂੰ ਮਿਲ ਗਿਆ। ਉਹ ਇੱਕ ਹੁਣ ਸਟੱਡੀ ਹੋਈ ਹੈ, ਕਾਮਨਵੈਲਥ ਜਿਹੜੀ ਵਾਰ ਸਿਮਟਰੀ ਦੀ ਕਮਿਸ਼ਨ ਹੈ, ਉਹਨਾਂ ਦੀ ਰਿਪੋਰਟ ਨਸ਼ਰ ਆਈ ਆ। ਉਹਦੇ ਮੈਂ ਡਿਟੇਲ 'ਚ ਨਹੀਂ ਜਾਂਦਾ ਕਿਉਂਕਿ ਤੁਸੀਂ ਸਾਰੇ ਸਰੋਤਿਆਂ ਨੂੰ ਦੱਸ ਚੁੱਕੇ ਆ ਉਹਦੇ ਬਾਰੇ। ਪਰ ਉਹਦੇ 3 ਚੀਜ਼ਾਂ ਆਈਆਂ। ਇੱਕ ਤਾਂ ਗੋਰਿਆਂ ਦਾ ਮਾਈਂਡ ਸੈਟ, ਕਲੋਨੀਅਲ ਜਿਹੜਾ ਮਾਈਂਡ ਸੈਟ ਵੀ, ਇਹ ਤਾਂ ਸਾਡੇ ਗੁਲਾਮ ਸੀਗੇ। ਦੇਖੋ ਉਹਨਾਂ ਨੇ ਸਿਮਟਰੀ 'ਚ ਵੀ ਡਿਸਕ੍ਰਿਮੀਨੇਸ਼ਨ ਕੀਤੀ ਹੈ। ਇਹਨੂੰ ਕਮੈਮੋਰੇਸ਼ਨ ਕਹਿੰਦੇ ਆ ਚਾਵਲਾ ਸਾਹਿਬ, ਕਿ ਜਿਹੜਾ ਸੋਲਜਰ ਬੈਟਲਫੀਲਡ 'ਚ ਦੀ ਮਾਰਟਾਇਰ ਹੁੰਦਾ, ਉਹਦੇ ਨਾਂ ਤੇ ਪੂਰੇ ਵਰਲਡ ਦੇ ਜਿੱਥੇ ਮੈਮੋਰੀਅਲ ਬਣੇ ਨੇ, ਉੱਥੇ ਉਹਨਾਂ ਦੇ ਨਾਂ ਤੇ ਸਟੋਨ ਲੱਗੇ ਜੇ ਤੇ ਪੂਰਾ ਦਾ ਨਾਮ, ਨੰਬਰ, ਯੂਨਿਟ ਔਰ ਉਹਨੇ ਕੀ ਕੀਤਾ ਲਿਖਿਆ ਹੁੰਦਾ। ਅੱਛਾ ਜੀ। ਪਰ ਉਹ ਜਿਹੜੇ ਗੋਰਿਆਂ ਦੇ ਸਾਰਿਆਂ ਦੇ ਇੰਡੀਵਿਜੂਅਲ ਸਟੋਨ ਨੇ, ਪਰ ਸਿਰਫ ਇੰਡੀਅਨ ਦੇ, ਪੰਜਾਬੀਆਂ ਦੇ ਔਰ ਕੁਛ ਕਾਲੇ ਔਰ ਇਜਿਪਸ਼ੀਅਨ, ਉਹਨਾਂ ਨੂੰ ਜਿੱਦਾਂ ਕਹਿੰਦੇ ਨਾ ਪੰਡ ਬੰਨ ਕੇ ਤੂੜੀ ਦੀ, ਉਹ ਓਦਾਂ ਉਹਨਾਂ ਦੇ ਵਾਰ ਮੈਮੋਰੀਅਲ ਬਣਾਏ ਨੇ। ਔਰ ਵਾਰ ਮੈਮੋਰੀਅਲ ਸਾਰੇ ਵਰਲਡ 'ਚ ਨੇ, ਖਾਸ ਕਰ ਫਰਾਂਸ 'ਚ, ਉਹ ਜਿੱਥੇ ਜਿੱਥੇ ਬੈਟਲ ਹੋਈ ਹੈ ਮਿਡਲ ਈਸਟ 'ਚ, ਉੱਥੇ ਬਣੇ ਨੇ। ਉੱਥੇ ਸਾਡੇ ਇੰਡੀਅਨ ਕਾਉਂਸਲੇਟ ਦੇ, ਇੰਡੀਅਨ ਆਰਮੀ ਦੇ ਵੀ ਆਉਂਦੇ ਰਹੇ ਨੇ ਜਰਨੈਲ। ਪਰ ਅਨਫੋਰਚੂਨੇਟਲੀ ਇਹ ਕਿਸੇ ਨੇ ਇਹ ਨਹੀਂ ਲਿਆ ਕਿ ਉਹਨਾਂ ਦੇ ਕਮ ਸੇ ਕਮ ਇੰਡੀਵਿਜੂਅਲ ਨਾਂ ਤਾਂ ਹੋਣੇ ਚਾਹੀਦੇ ਆ। ਔਰ ਇੱਥੇ ਮੈਂ ਬਹੁਤ ਸਾਰੇ ਸੱਜਣ ਮਿਲਦਾ, ਉਹ ਮੈਨੂੰ ਦੱਸਦੇ ਆ ਵੀ ਸਾਡਾ ਗ੍ਰੈਂਡਫਾਦਰ ਫਸਟ ਵਰਲਡ ਵਾਰ 'ਚ ਉੱਥੇ ਸੀਗਾ, ਸਾਡਾ ਕਿਸੇ ਦਾ ਫਾਦਰ ਸੀਗਾ। ਚਲੋ ਹੁਣ ਤਾਂ ਗ੍ਰੈਂਡਫਾਦਰ ਵਾਲੇ ਰਹਿ ਗਏ, ਪਰ ਕੁਛ ਇੱਕ ਲੋਕਾਂ ਦੇ ਫਾਦਰ ਵੀ ਇਹਨਾਂ ਵਾਰ 'ਚ ਸੀਗੇ। ਉਹਨਾਂ ਨੇ, ਜਿਸ ਤਰ੍ਹਾਂ ਤੁਸੀਂ ਮੈਡਲ ਦੀ ਗੱਲ ਕੀਤੀ ਆ, ਇਹ ਚਾਵਲਾ ਸਾਹਿਬ ਮੈਡਲ ਜਦੋਂ ਬੱਚਿਆਂ ਨੂੰ ਪਤਾ ਲੱਗਾ ਨਾ ਅੱਜ ਤੋਂ 20-25 ਸਾਲ ਬਾਅਦ, ਉਹਨਾਂ ਨੇ ਲੱਭਣੇ ਆ। ਮੈਂ ਤਾਂ ਹਰੇਕ ਨੂੰ ਰਿਕੁਐਸਟ ਕਰਦਾ, ਇੱਥੇ ਬਹੁਤ ਘਰਾਂ 'ਚ ਇਹ ਮੈਡਲ ਪਏ ਨੇ। ਇਹ ਮੈਡਲ ਇੱਕ ਐਵੇਂ ਨਹੀਂ ਹੈ ਪਿੱਤਲ, ਇਹਦੇ ਪਿੱਛੇ ਪੂਰੀ ਹਿਸਟਰੀ ਹੈ। ਔਰ ਇਹ ਵੀ ਮੈਂ ਸ਼ੇਅਰ ਕਰਨਾ ਚਾਹੁੰਦਾ ਸਾਰੇ ਸਰੋਤਿਆਂ ਦੇ ਨਾਲ ਕਿ ਜੇ ਤੁਸੀਂ ਸਮਝਦੇ ਹੋ ਕਿ ਇਹ ਯੂਰਪ 'ਚ ਔਰ ਨਾਰਥ ਅਮਰੀਕਾ 'ਚ ਸਾਨੂੰ ਪੰਜਾਬੀਆਂ ਨੂੰ ਇੱਜ਼ਤ ਮਿਲੀ ਹੈ, ਹਰੇਕ ਫੀਲਡ 'ਚ ਅਸੀਂ ਤਰੱਕੀ ਕੀਤੀ ਹੈ, ਉਹ ਉਹਨਾਂ ਦੇ ਖੂਨ ਜਿਹੜਾ ਡੁੱਲਿਆ ਸੀ ਬੈਟਲਫੀਲਡ 'ਚ ਜਾਂ ਪਸੀਨਾ ਡੁੱਲਿਆ ਸੀ, ਉਹਦੀ ਇਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕੀਮਤ ਹੈ। ਕਿਸੇ ਵੀ ਗੋਰੇ ਬਜ਼ੁਰਗ ਨੂੰ ਜਿਹੜਾ ਵਰਲਡ ਵਾਰ 1 'ਚ ਜਾਂ 2 'ਚ ਇੱਥੇ ਮੈਨੂੰ ਮਿਲਦੇ ਰਹਿੰਦੇ, ਕਦੀ ਬੈਂਕ 'ਚ ਜਾਓ, ਉਹ ਤੁਹਾਨੂੰ 2 ਮਿੰਟ 'ਚ ਇੱਦਾਂ ਅਟੈਚ ਹੋ ਜਾਂਦਾ ਜਿਸ ਤਰ੍ਹਾਂ ਕਿ ਤੁਹਾਡੀ ਰਿਸਪੈਕਟ ਸਾਡੀ ਇਸ ਕੌਮ ਦੀ ਉਸ ਕਾਰਨ ਹੈ। ਉਹ ਸਾਨੂੰ ਪਰਮਾਤਮਾ ਨੇ ਉਹਦਾ ਰਿਵਾਰਡ ਦਿੱਤਾ, ਡਾਇਰੈਕਟਲੀ ਨਹੀਂ ਦਿੱਤਾ ਪਰ ਇਨਡਾਇਰੈਕਟਲੀ ਦਿੱਤਾ। ਹੁਣ ਮੈਂ ਮੁੱਦੇ ਤੇ ਆਉਣਾ ਚਾਵਲਾ ਸਾਹਿਬ ਕਿ ਇਹ ਸਟੱਡੀ 'ਚ ਇਹ ਕਿਹਾ ਗਿਆ ਕਿ ਇਹ ਹੁਣ ਉਹਨਾਂ ਨੇ ਰਿਕਮੈਂਡ ਕੀਤਾ ਕਿ ਸਾਰਿਆਂ ਦੇ ਡਾਟਾ ਇਕੱਠਾ ਕੀਤਾ ਜਾਵੇ ਔਰ ਸਾਰਿਆਂ ਦੇ ਨਾਂ ਤੇ ਇੱਕ ਸਟੋਨ ਲਾਇਆ ਜਾਵੇ ਤਾਂ ਕਿ ਉਹਨਾਂ ਨੂੰ ਉਹੋ ਹੀ ਆਨਰ ਦਿੱਤਾ ਜਾਵੇ ਜਿਹੜਾ ਕਿ ਵਾਈਟ ਸੋਲਜਰ ਉੱਥੇ ਜਿਹਨਾਂ ਨੇ ਸ਼ਹਾਦਤ ਦਿੱਤੀ ਹੈ। ਔਰ ਇੰਗਲੈਂਡ ਦੇ ਡਿਫੈਂਸ ਸੈਕਟਰੀ ਨੇ ਆਪਣੀ ਮਾਫੀ ਮੰਗੀ ਆ। ਉਹਨੇ ਕਿਹਾ ਵੀ ਸਾਡੇ ਕੋਲੋਂ
ਕੁਤਾਹੀ ਹੋਈ ਹੈ। ਇਹ ਦੇਖੋ ਮੋਰਲ ਕਰੇਜ ਫਿਰ ਵੀ ਸਾਨੂੰ ਗੋਰਿਆਂ ਦਾ ਸੁਣਾਉਣਾ ਚਾਹੀਦਾ ਕਿ ਉਹਨੇ ਕੁਤਾਹੀ ਦੀ ਮਾਫੀ ਮੰਗੀ ਹੈ। ਔਰ ਮੈਂ ਅੱਜ ਜਿਹੜੀ ਗੱਲ ਮੇਰਾ ਕਾਰਨ ਇਹ ਹੈ ਕਿ ਮੈਨੂੰ ਵੀ ਆਨਰ ਹੈ, ਇੱਕ ਵਰਲਡ ਵਾਰ 1 'ਚ ਇੱਕ ਲਾਹੌਰ ਡਿਵੀਜ਼ਨ ਉੱਥੇ ਆਇਆ ਸੀ ਫਰਾਂਸ ਦੇ ਏਰੀਆ ਦੇ ਵਿੱਚ, ਜਿਹਦੇ ਕਿ 3 ਬ੍ਰਿਗੇਡ ਸੀਗੇ। ਇੱਕ ਦਾ ਨਾਂ ਸੀਗਾ ਫਿਰੋਜ਼ਪੁਰ ਬ੍ਰਿਗੇਡ, ਦੂਸਰਾ ਸੀਗਾ ਪਟਿਆਲਾ ਬ੍ਰਿਗੇਡ, ਤੀਸਰਾ ਸੀਗਾ ਜਲੰਧਰ ਬ੍ਰਿਗੇਡ। ਅੱਛਾ ਜੀ। ਔਰ ਜਿਹੜੀ ਇੱਥੇ ਬੈਟਲ ਆਫ ਵਿਮੀ ਦੇ ਵਿੱਚ ਜਿਹੜਾ ਇਸ ਡਿਵੀਜ਼ਨ ਦੀ ਜਿਹੜੀ ਆਰਟਿਲਰੀ ਸੀ, ਗੰਨਾਂ ਸੀਆਂ, ਉਹਨਾਂ ਨੇ ਪਾਰਟ ਲਿਆ ਸੀ ਕੈਨੇਡੀਅਨ ਆਰਮੀ ਦੇ ਨਾਲ। ਕੈਨੇਡੀਅਨ ਡਿਵੀਜ਼ਨ ਸੀਗੇ। ਇਹਨਾਂ ਨੂੰ ਜਿਹੜਾ ਫਾਇਰ ਸਪੋਰਟ ਦਿੱਤੀ ਉਹ ਸਾਡਾ ਜਿਹੜਾ ਲਾਹੌਰ ਡਿਵੀਜ਼ਨ ਦੀ ਆਰਟਿਲਰੀ ਨੇ ਦਿੱਤੀ ਸੀ। ਕਿਸੇ ਵੀ ਪੁਰਾਣੇ ਸੋਲਜਰ ਨਾਲ ਗੱਲ ਕਰੋ ਫਸਟ ਵਰਲਡ ਵਾਰ ਦੇ ਇੱਥੇ ਕੈਨੇਡਾ 'ਚ, ਉਹ ਕਹੋਗੇ ਮਾਈ ਗॉड ਇਹਨਾਂ ਨੇ ਇੰਨਾ ਸਾਨੂੰ ਗੋਲੇ ਸਿੱਟੇ ਸਾਡੇ ਸਾਹਮਣੇ ਜਦੋਂ ਅਸੀਂ ਅਟੈਕ ਕਰਦੇ ਸੀ ਜਿਵੇਂ ਮੀਂਹ ਵਰ ਰਿਹਾ ਹੋਵੇ। ਤਾਂ ਉਹ ਸਾਡਾ ਨਾਤਾ ਹੈਗਾ ਕੈਨੇਡੀਅਨ ਆਰਮੀ ਦੇ ਨਾਲ ਵੀ, ਕੈਨੇਡੀਅਨ ਫੋਰਸਿਸ ਦੇ ਨਾਲ ਵੀ। ਤਾਂ ਉਹ ਜਿਹੜਾ ਜਲੰਧਰ ਬ੍ਰਿਗੇਡ ਦੀ ਇੱਕ ਆਰਗੇਨਾਈਜੇਸ਼ਨ ਹੈ ਇੱਥੇ, ਜਿਹਦਾ ਮੈਨੂੰ ਇਹਨਾਂ ਨੇ ਆਨਰੇਰੀ ਮੈਂਬਰ ਬਣਾਇਆ। ਅਕਤੂਬਰ ਦੇ ਮਹੀਨੇ ਅਸੀਂ ਕੈਨੇਡਾ ਦੇ ਕੁਝ ਪੁਰਾਣੇ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਦੇ ਅਫਸਰ, ਇੰਗਲੈਂਡ ਦਾ ਜਿਹੜਾ ਇਸ ਵੇਲੇ ਆਰਮੀ ਚੀਫ ਹੈ ਉਹ ਕੋਆਰਡੀਨੇਟ ਕਰ ਰਿਹਾ, ਅਸੀਂ ਉਹ ਬੈਟਲ ਫੀਲਡ 'ਤੇ ਜਾ ਰਹੇ ਹਾਂ। ਬੈਟਲ ਫੀਲਡ ਦੇਖਾਂਗੇ ਔਰ ਜਿੰਨੇ ਵੀ ਮੈਮੋਰੀਅਲ ਆ ਉਹ ਉੱਥੇ ਅਸੀਂ ਵਿਜ਼ਿਟ ਕਰਾਂਗੇ। ਤਾਂ ਮੈਂ ਰਿਕੁਐਸਟ ਇਹ ਕਰਨਾ ਚਾਹੁੰਦਾ ਤੁਹਾਡੇ ਅੱਜ ਅਦਾਰੇ ਦੇ ਥਰੂ ਕਿ ਜਿੰਨੇ ਵੀ ਇੱਥੇ ਸਾਡੇ ਸੱਜਣ ਰਹਿੰਦੇ ਆ, ਜਿਨ੍ਹਾਂ ਦੇ ਗ੍ਰੈਂਡਫਾਦਰ ਸੀਗੇ ਫਸਟ ਵਰਲਡ ਵਾਰ 'ਚ ਜਾਂ ਫਾਦਰ ਸੀਗੇ, ਪਲੀਜ਼ ਮੈਨੂੰ ਕੰਟੈਕਟ ਕਰੋ, ਜਾਂ ਸਾਡੇ ਸੈਕਟਰੀ ਹੈ ਇੱਥੇ, ਸਾਡੀ ਆਰਗੇਨਾਈਜੇਸ਼ਨ ਹੈ ਵੈਟਰਨਸ ਆਫ ontario, ਉਹ ਕੈਪਟਨ ਰਣਜੀਤ ਸਿੰਘ ਨੂੰ ਕਾਲ ਕਰਕੇ ਆਪਣਾ ਨੰਬਰ ਦੇ ਦਿਓ ਜਾਂ ਮੈਨੂੰ ਦੇ ਦਿਓ, ਤਾਂ ਕਿ ਮੈਂ ਤੁਹਾਡੇ ਬਿਹਾਫ ਤੇ ਉੱਥੇ ਰੀਥ ਲੇ ਕਰਾਂ, ਤੁਹਾਡੇ ਬਿਹਾਫ ਤੇ ਮੈਂ ਆਪਣਾ ਉਹਨਾਂ ਨੂੰ ਰਿਸਪੈਕਟ ਪੇ ਕਰਕੇ ਆਵਾਂ ਤੁਹਾਨੂੰ, ਤਾਂ ਕਿ ਤੁਹਾਨੂੰ ਵੀ ਸ਼ਾਂਤੀ ਮਿਲੇ ਕਿ ਸਾਡੇ ਗ੍ਰੈਂਡਫਾਦਰ ਜਿਨ੍ਹਾਂ ਦਾ ਕੁਝ ਪਤਾ ਨਹੀਂ ਸਾਨੂੰ, ਔਰ ਹੋਪਫੁਲੀ ਸਾਲ ਦੇ ਅੰਦਰ ਫੰਡ ਇਕੱਠੇ ਕਰ ਰਹੇ ਆ ਪੂਰੇ ਕਾਮਨਵੈਲਥ ਦੇ ਕੰਟਰੀਜ਼, ਔਰ ਉੱਥੇ ਉਹਨਾਂ ਦੀ ਹਰੇਕ ਇੰਡੀਵਿਜੂਅਲ ਦੀ ਯਾਦਦਾਸ਼ਤ ਬਣਾਉਣਗੇ। तो कोई भी सज्जन है मेरे नाल शेयर कर लेने तो बाद और उत्थे उन्हां दी हरेक इंडिविजुअल दी याददाश्त बनाउणगे। तो कोई भी सज्जन है मेरे नाल शेयर कर लेने तो बाद और जिहड़े मैडल है उत्थे मैं इत्थों दे लेजेंड दा मैंबर है, उत्थे एक मैडल रखण लई ना बहुत सोहना उन्होंने बॉक्स बनाया हुआ, वो $48 ਦੇ ਮਿਲਦੇ ਆ, ਤੁਸੀਂ ਮੇਰੇ ਥਰੂ ਆਰਡਰ ਕਰ ਸਕਦੇ ਹੋ ਡਾਇਰੈਕਟਲੀ। ਉਹ ਮੈਡਲਾਂ ਨੂੰ ਤੁਸੀਂ ਉਹਨਾਂ 'ਚ ਪਾ ਕੇ ऑनरेबली कर दे ਜਿਹੜਾ ਡਰਾਇੰਗ ਰੂਮ ਹੈ ਜਾਂ ਜਿੱਥੇ ਉੱਥੇ ਰੱਖੋ, ਤਾਂ ਕਿ ਤੁਸੀਂ ਕਦੀ ਵੀ ਪ੍ਰਾਊਡਲੀ ਤੁਹਾਡੇ ਇਹ ਯਾਦ ਰੱਖਿਓ ਕਿ ਅੱਜ ਤੋਂ 25-30 ਸਾਲ ਬਾਅਦ ਜਦੋਂ ਇਹ ਬੈਟਲਾਂ ਇਹਨਾਂ ਦੀ ਹੋਰ ਸਟੱਡੀ ਹੋਊਗੀ, ਤੁਹਾਡੇ ਬੱਚੇ ਪ੍ਰਾਊਡਲੀ ਉਹਨੂੰ ਰੱਖਣਗੇ, ਪ੍ਰਾਊਡਲੀ ਪਾਓਗੇ। ਤੁਸੀਂ ਕਿਸੇ ਵੀ ਪਰੇਡ 'ਚ ਇੱਥੇ ਜਾਂਦੇ ਹੋ ਉਹਨਾਂ ਨੂੰ ਰਾਈਟ ਸਾਈਡ ਤੇ ਤੁਸੀਂ ਪਾ ਸਕਦੇ ਹੋ, ਵੇਅਰ ਕਰ ਸਕਦੇ ਹੋ। ਮੇਰੇ ਨਾਲ ਕਾਲਰ ਨੇ, ਅਸੀਂ ਉਹਨਾਂ ਨੂੰ ਮੌਕਾ ਦੇਵਾਂਗੇ, ਤੁਹਾਡੇ ਨਾਲ ਗੱਲਬਾਤ ਸ਼ਾਇਦ ਕਰਨਾ ਚਾਹੁੰਦੇ ਨੇ। ਵੌਇਸ ਆਫ ਸਿਟੀ 1320 ਆ, ਅਤੇ ਸਾਨੂੰ ਬਹੁਤ ਸਾਰੇ ਐਕਸ ਜਿਹੜੇ ਨੇ ਆਰਮੀ ਮੈਨ ਵੀ ਇੱਥੇ ਸਰਵਿਸ ਜਿਹੜੇ ਕਰ ਚੁੱਕੇ ਨੇ ਉਹ ਵੀ ਸੁਣਦੇ ਨੇ, ਅਤੇ ਸ਼ਾਇਦ ਕਿਸੇ ਨੇ ਕੋਈ ਸਵਾਲ ਵੀ ਕਰਨਾ ਹੋਵੇ। ਬ੍ਰਿਟੇਨ ਦੇ ਰੱਖਿਆ ਮੰਤਰੀ ਦੀ ਮੈਂ ਖਬਰ ਸੁਣਾਈ ਸੀ ਕਿ ਕੱਲ੍ਹ ਉਹਨਾਂ ਨੇ ਬੇਨ ਵਾਲਸ ਨੇ ਇਸ ਸਮੀਖਿਆ ਦੇ ਸਬੰਧ ਵਿੱਚ ਹਾਊਸ ਆਫ ਕਾਮਨ 'ਚੋਂ ਸਰਕਾਰ ਵੱਲੋਂ ਮਾਫੀ ਮੰਗੀ ਹੈ। ਮੰਤਰੀ ਨੇ ਸੰਸਦ ਮੈਂਬਰ ਨੂੰ ਕਿਹਾ ਕਿ ਇਸ 'ਚ ਕੋਈ ਖਦਸ਼ਾ ਨਹੀਂ ਹੈ ਕਿ ਕਮਿਸ਼ਨ ਦੇ ਕੁਝ ਫੈਸਲਿਆਂ ਦੇ ਵਿੱਚ ਕੁਝ ਪੱਖਪਾਤ ਸੀ। ਵੇਖੋ, ਇਹ ਮੰਨ ਲੈਣਾ ਬੜੀ ਵੱਡੀ ਗੱਲ ਹੈ ਇੰਨੇ ਸਮੇਂ ਬਾਅਦ, ਹੈ ਨਾ। ਸੋ ਲਿਖੋ ਕਾਲਰ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ ਤੇ ਬ੍ਰਿਗੇਡੀਅਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬ੍ਰਿਗੇਡੀਅਰ ਸਾਹਿਬ, ਜਦੋਂ ਤੁਸੀਂ ਦੱਸਿਆ ਘਰਾਂ 'ਚ ਮੈਡਲ ਪਏ ਹੋਣਗੇ, ਤੇ ਵਾਸਤੇ ਕੋਈ ਸਪੈਸ਼ਲ ਪ੍ਰੋਗਰਾਮ ਕੋਈ ਗੁਰਦੁਆਰਾ ਸਾਹਿਬ ਜਾਂ ਕਿਤੇ ਰੱਖਿਆ ਜਾਵੇ ਤੇ ਸਾਰਿਆਂ ਨੂੰ ਮੀਡੀਆ ਰਾਹੀਂ ਬੇਨਤੀ ਕੀਤੀ ਜਾਵੇ ਵੀ ਉੱਥੇ ਸਾਰੇ ਮੈਡਲ ਲੈ ਕੇ ਆਓ, ਨਾਲੇ ਤੋਂ ਡਾਟਾ ਬਣ ਜੂਗਾ ਤੇ ਨਾਲੇ ਉਹਨਾਂ ਨੂੰ ਮੁੜ ਕੇ ਤੁਸੀਂ ਆਪਦਾ ਗਾਈਡਲਾਈਨ ਵੀ ਦੇ ਸਕਦੇ ਹੋ ਕਿੱਦਾਂ ਰੱਖਣੀ ਜਾਂ ਕੀ ਗੱਲਬਾਤ ਕਰਨੀ ਤੇ। ਜੀ, ਇਹ ਤੁਸੀਂ ਮੇਰੇ ਦਿਲ ਦੀ ਗੱਲ ਕਹਿਤੀ ਹੈ। ਓਨੈਸਟਲੀ ਮੈਂ ਕਾਫੀ ਦੇਰ ਤੋਂ ਸੋਚ ਰਿਹਾ ਸੀ ਕੋਈ ਇਹੋ ਜਿਹੀ ਜਗ੍ਹਾ ਜਿੱਥੇ ਸੈਂਟਰਲੀ ਰੱਖੇ ਜਾਣ। ਮੈਂ ਐਕਸਪਲੋਰ ਕਰ ਰਿਹਾ, ਜਾਂ ਕੈਨੇਡੀਅਨ ਆਰਮੀ ਦਾ ਕੋਈ ਜਿੱਦਾਂ ਲੇਜਨ ਹੈ ਉੱਥੇ ਕੋਈ ਜਗ੍ਹਾ ਲਈ ਜਾਵੇ, ਜਾਂ ਕੋਈ ਗੁਰਦੁਆਰਾ ਸਾਹਿਬ ਦੀ ਕਮੇਟੀ ਜੇ ਉਹ ਕਰਦੀ ਹੈ ਬੈਸਟ ਤਾਂ ਉਹੀ ਹੋਊਗਾ। ਔਰ ਕੋਵਿਡ ਖੋਲ੍ਹਣ ਤੋਂ ਬਾਅਦ ਇੱਕ ਦਿਨ ਅਸੀਂ ਜ਼ਰੂਰ ਥੋੜਾ ਕੱਟ ਕਰਾਂਗੇ, ਜਿੱਥੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਜਿਹੜੇ
ਸੋਲਜਰ ਦੇ ਨਾਲ, ਅਸੀਂ ਵੀ ਚਾਵਲ ਸਾਹਿਬ ਦੇ ਵੀ ਫਾਦਰ ਆਰਮੀ 'ਚ ਸੀਗੇ ਮੇਜਰ, ਸੋ ਉਹ ਸਾਰੇ ਮਿਲੀਏ ਅਸੀਂ ਤਾਂ ਕਿ ਇਸ ਚੀਜ਼ ਨੂੰ ਜਿਹੜੇ ਮੈਡਲ ਹੈ ਸ਼ੇਅਰ ਕਰੀਏ ਇੱਕ ਦੂਜੇ ਨਾਲ, ਉਹਨਾਂ ਦੀ ਅਸੀਂ ਹਿਸਟਰੀ ਦੱਸ ਸਕਦੇ ਹਾਂ, ਹਰੇਕ ਮੈਡਲ ਬਾਰੇ ਦੱਸ ਸਕਦੇ ਹਾਂ, ਔਰ ਕਿਸੇ ਨੇ ਆਪਣੇ ਗ੍ਰੈਂਡਫਾਦਰ ਨੂੰ ਟਰੇਸ ਵੀ ਕਰਨਾ ਜਿਨ੍ਹਾਂ ਦਾ ਕਈਆਂ ਦਾ ਪਤਾ ਨਹੀਂ ਲੱਗਿਆ ਸੀਗਾ ਵਰਲਡ ਵਾਰ ਫਸਟ 'ਚ, ਉਹ ਵੀ ਅਸੀਂ ਉਹਨਾਂ ਦੀ ਰਿਕੁਐਸਟ ਹੈਲਪ ਕਰ ਸਕਦੇ ਹਾਂ। ਵੈਸੇ ਚਾਵਲਾ ਸਾਹਿਬ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਸਰੋਤਿਆਂ ਨੂੰ, ਬੜਾ ਇੰਟਰਸਟਿੰਗ ਹੈ ਕਿ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਦੇ ਜਿਹੜੇ ਬ੍ਰਿਟਿਸ਼ ਆਰਮੀ ਦੇ ਨਾਲ ਸੀਗੇ ਉਹਨਾਂ ਦੀਆਂ ਪੈਨਸ਼ਨ ਹਾਲੇ ਵੀ ਇੰਡੀਆ ਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਸਾਡੀ ਆਰਗੇਨਾਈਜੇਸ਼ਨ ਹੈ ਇੱਕ ਸਰਵਿਸਮੈਨ ਦੀ, ਉਹ ਪੈਸਾ ਇੰਗਲੈਂਡ ਤੋਂ ਆਉਂਦਾ ਔਰ ਘਰ ਘਰ ਜਾ ਕੇ ਉਹਨਾਂ ਜਿਹੜੀਆਂ ਬਜ਼ੁਰਗ ਬੀਬੀਆਂ ਨੇ ਜਿਹੜੀਆਂ ਮਾਰਟਾਇਰ ਹੋ ਗਏ ਸੀ ਜਿਨ੍ਹਾਂ ਦੇ ਹਸਬੈਂਡ, ਉਹਨਾਂ ਨੂੰ ਹਾਲੇ ਵੀ ਪੈਨਸ਼ਨ ਮਿਲਦੀ ਜਿਹੜੀਆਂ ਵਰਲਡ ਵਾਰ ਦੇ। ਵਰਲਡ ਵਾਰ ਮੈਂ ਥੋੜਾ ਜਿਹਾ ਗੁਸਤਾਖੀ ਚਾਹਾਂਗਾ ਜੀ, ਮੇਜਰ ਨਹੀਂ ਸਨ ਪਿਤਾ ਜੀ, ਉਹ ਮੇਰੇ ਵਾਂਗੂ ਜ਼ਿਆਦਾ ਹੀ ਸੱਚ ਬੋਲਦੇ ਬੋਲਦੇ 2-3 ਵਾਰੀ ਫੀਤੇ ਲਵਾ ਚੁੱਕੇ ਆ ਆਪਣੇ। ਬੜੀ ਰੌਚਕ ਕਹਾਣੀ ਹੈ, ਕਿਤੇ ਫੇਰ ਤੁਹਾਨੂੰ ਕੱਲਿਆਂ ਨੂੰ ਸੁਣਾਵਾਂਗੇ। ਪਰ ਅਗਲੀ ਗੱਲ ਤੇ ਚੱਲਦੇ ਹਾਂ ਜੀ। ਇਹ DNA ਦੇ ਵਿੱਚ ਉਦਾਰੀ ਇਹੋ ਜਿਹਾ ਸੱਚ ਬੋਲਦਾ, ਮੈਂ ਇਧਰ ਹੈਰਾਨ ਹੁੰਦਾ ਵੀ ਆਪਣੇ ਮੱਥੇ ਤੇ ਹੱਥ ਰੱਖ ਕੇ, ਯਾਰ ਕਿਸੇ ਵੇਲੇ ਮੈਂ ਸਹੁੰ ਵੀ ਖਾਨਾ ਵੀ ਨਹੀਂ ਬੋਲਣਾ, ਆਹ ਖਬਰ ਨਹੀਂ ਬੋਲਣੀ, ਇਹਦੇ 'ਚ ਰਹਿਣ ਦੇਣੀ ਹੈ। ਪਰ ਫਿਰ ਉਹ ਜਦੋਂ ਕਿਤੇ ਉਹ ਜਿੱਦਾਂ ਨਹੀਂ ਸੁਰਜੀ ਆਉਂਦੀ ਆ, ਫਿਰ ਉਹ ਰਹਿ ਨਹੀਂ ਹੁੰਦੀ, ਮੁੰਡੀ ਘੁੰਮ ਹੀ ਜਾਂਦੀ ਆ। ਬੀਰਬਾਲ ਦੀ ਉਹ ਗੱਲ ਯਾਦ ਆ ਗਈ ਨਾ, ਕਹਿੰਦਾ ਵੀ ਅਕਬਰ ਦੇ ਦਰਬਾਰ ਦੇ ਵਿੱਚ ਕਹਿੰਦਾ ਵੀ ਤਾਨ ਸਾਹਿਬ ਗਾਉਂਦੇ ਸੀਗੇ ਤੇ ਬੀਰਬਾਲ ਨੂੰ ਅਕਬਰ ਨੇ ਪੁੱਛਿਆ, ਮੇਰੇ ਦਰਬਾਰ ਦੇ ਸਾਰੇ ਹੀ ਵਜ਼ੀਰ ਜਿੰਨੀ ਜਨਤਾ ਬੜੀ ਗਿਆਨੀ ਆ, ਬੜੀ ਇਹ ਸੰਗੀਤ ਨੂੰ ਸਮਝਦੀ ਆ ਨਾ। ਉਹ ਕਹਿੰਦੇ ਮਹਾਰਾਜ ਫਿਰ ਇੱਦਾਂ ਕਰੋ ਵੀ ਇੱਕ ਨਾ ਹੁਕਮ ਕਰ ਦਿਓ ਵੀ ਜਿਹਨੇ ਮੁੰਡੀ ਹਿਲਾਈ ਨਾ, ਜਿਹਨੇ ਸਿਰ ਮਾਰਿਆ, ਸਿਰ ਕਲਮ ਕਰ ਦਿੱਤਾ ਜਾਊਗਾ ਨਾ। ਬਸ ਹੁਕਮ ਦੀ ਤਲੀਮ ਹੋ ਗਈ। ਬਸ ਉਧਰ ਤਾਨ ਸਾਹਿਬ ਜੀ ਨੇ ਫੇਰ ਆਪਣਾ ਜਦੋਂ ਸੁਰ ਛੇੜੀ ਤੇ ਜਿਹੜਾ ਐਵੇਂ ਵਿਖਾਵੇ ਦਾ ਸਿਰ ਮਾਰਦਾ ਸੀ ਉਹ ਤੇ ਐਨ ਕਾਨੇ ਵਾਂਗੂ ਸਿੱਧਾ ਖੜਾ ਵੀ ਹਿੱਲ ਨਾ ਜਾਵੇ ਕਿਤੇ ਮੁੰਡੀ ਕਤਲ ਹੋ ਜਾਣੀ ਹੈ। ਤੇ ਜਿਹਨੂੰ ਸੁਰ ਦਾ ਪਤਾ ਸੀ, ਜਿਹੜਾ ਸੱਚਾ ਸੀਗਾ, ਉਹਨੇ ਹੁਕਮ ਦੀ ਪਰਵਾਹ ਨਹੀਂ ਕੀਤੀ, ਉਹਨੇ ਫੇਰ ਮੁੰਡੀ ਮਾਰ ਹੀ ਦਿੱਤੀ। ਉਹ ਜਦੋਂ ਆਇਆ ਨਾ ਰਾਗ ਤੇ ਰਾਗ ਨਹੀਂ ਛੇੜੀ। ਸੋ ਇਸ ਕਰਕੇ ਇਹ ਅੰਦਰ ਆ, ਸੱਚ ਪਤਾ ਨਹੀਂ ਬਾਪੂ ਨੇ ਦਿੱਤਾ ਮਾਂ ਨੇ ਦਿੱਤਾ, ਉਹ ਨਿਕਲ ਜਾਂਦਾ। ਇਸ ਕਰਕੇ ਬਾਪੂ ਦੀਆਂ ਫੀਤੀਆਂ ਵੀ ਕਹਿੰਦੇ 2 ਵਾਰੀ ਲੱਥੀਆਂ ਤੇ ਅੰਗਰੇਜ਼ ਦੇ ਰਾਜ ਦੇ ਵਿੱਚ, ਪਰ ਇਹ ਸੱਚ ਹੈ ਜੀ। ਖੈਰ ਨਹੀਂ ਮੈਂ ਸੱਚ ਜਦੋਂ ਨਾ ਮੂੰਹ ਤੇ ਆਵੇ ਨਿਕਲ ਜਾਂਦਾ। ਹਾਂਜੀ ਜੀ ਵੈਲਕਮ ਜੀ। ਹੈਲੋ ਜੀ। ਜੀ ਤੁਸੀਂ ਏਅਰ ਤੇ ਹੋ? ਹੈਲੋ ਹਾਂਜੀ ਹਾਂਜੀ, ਮੈਂ ਸੰਸਾਰ ਸਿੰਘ ਰਾਏ ਬੋਲਦਾ ਜੀ। ਜੀ ਰਾਏ ਸਾਹਿਬ, ਤੁਹਾਨੂੰ ਤੇ ਬ੍ਰਿਗੇਡੀਅਰ ਸਾਹਿਬ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਵੀ ਬ੍ਰਿਗੇਡੀਅਰ ਸਾਹਿਬ ਆਪਣੀ ਸਟੋਰੀ ਥੋੜੀ ਜਿਹੀ ਤੁਹਾਡੇ ਨਾਲ 1 ਮਿੰਟ ਦੇ ਵਿੱਚ ਖਤਮ ਕਰ ਦੇਣੀ ਕਿ ਮੇਰੇ ਬਾਬਾ ਜੀ ਦੇ ਵੱਡੇ ਭਰਾ 1916 ਦੇ ਵਿੱਚ ਨਹਿਰ ਸਵੇਜ ਤੇ ਉਹਨਾਂ ਦੀ ਡੈਥ ਹੋਈ ਸੀ। ਤਾਂ ਸਾਨੂੰ 4 ਸਾਲ ਲੱਗੇ ਲਿਖਾ ਪੜ੍ਹੀ ਹੋਮ ਆਫਿਸ ਇੰਗਲੈਂਡ ਨਾਲ ਕਰਦਿਆਂ ਨੂੰ, ਕੁਛ ਇੰਡੀਆ ਨਾਲ। ਅਖੀਰ ਸਾਨੂੰ 1.5 ਸਾਲ ਹੋਇਆ ਪਤਾ, ਉਹਨੇ ਸਾਨੂੰ ਲੈ ਕੇ ਗੱਲਿਆ ਕਿ ਉਹਨਾਂ ਦੀ ਕਬਰ ਇਰਾਕ ਦੇ ਵਿੱਚ ਬਣੀ ਹੋਈ ਆ। ਹਾਂਜੀ, ਨੰਬਰ ਵੀ ਇਰਾਕ ਤੇ ਉਹਨੇ ਦਿੱਤਾ 59 ਨੰਬਰ ਜਾਂ ਹੋਰ ਬਕਾਇਦਾ ਸਾਡੇ ਪੇਪਰ ਸਾਡੇ ਕੋਲ ਹੈਗੇ, ਲਿਖਿਆ ਆ। ਲੇਕਿਨ ਜਦੋਂ ਅਸੀਂ ਮੈਂ ਲਿਖਿਆ ਉਹਨਾਂ ਨੂੰ ਵੀ ਅਸੀਂ ਜਾਣਾ ਚਾਹੁੰਦੇ ਉੱਥੇ, ਲੇਕਿਨ ਉਹ ਕਹਿੰਦੇ ਉਹਨਾਂ ਜਿਹੜੀਆਂ ਕਬਰਾਂ ਦੇ ਵਿੱਚ ਸਟੋਨ ਲੱਗੇ ਹੋ ਆ, ਉਹਨਾਂ ਦੀ ਹਾਲਤ ਬਹੁਤ ਖਰਾਬ ਹੋਈ ਹੋ ਆ, ਜਦ ਅਸੀਂ ਰਿਪੇਅਰ ਕਰਾਂਗੇ ਫਿਰ ਤੁਹਾਨੂੰ ਲਿਖਾਂਗੇ। ਲੇਕਿਨ ਮੇਰੇ ਕੋਲ ਉਹਨਾਂ ਦੀ ਇੱਕ ਜਿਸ ਤਰ੍ਹਾਂ ਗੁਰਦੁਆਰੇ ਦੇ ਵਿੱਚ ਖੜਿਆਲ ਹੁੰਦੀ ਸੀ ਨਾ ਅੱਗੇ, ਉਸ ਤੋਂ ਥੋੜਾ ਜਿਹਾ ਛੋਟੇ ਸਾਈਜ਼ ਦਾ ਤਾਂਬੇ ਦਾ ਬਹੁਤ ਵੱਡਾ ਭਾਰਾ ਇੱਕ ਮੈਡਲ ਪਿਆ ਸਾਡੇ ਇੱਥੇ। ਉਹ ਮੈਂ ਜਿਸ ਤਰ੍ਹਾਂ ਤੁਸੀਂ ਚਾਵਲਾ ਸਾਹਿਬ ਆਪਣੀ ਸਟੋਰੀ ਪਹਿਲਾਂ ਦੱਸੀ ਆ, ਉਹ ਸਾਨੂੰ ਵੀ ਟਰੰਕ ਚੋਂ ਇੰਡੀਆ ਦੇ ਵਿੱਚੋਂ ਲੱਭਾ, ਤਕਰੀਬਨ ਸਾਡੇ ਬਜ਼ੁਰਗਾਂ ਦਾ ਰੱਖਿਆ। ਵਾਹ ਜੀ ਵਾਹ, ਲੈ ਕੇ ਆਏ ਨਾਲ ਤੁਸੀਂ ਇੱਥੇ? ਹਾਂਜੀ, ਇੱਥੇ ਨਾਲ ਲੈ ਕੇ ਆਏ? ਇੱਥੇ ਲੈ ਆਂਦਾ ਜੀ ਮੈਂ ਉਹ ਬਕਾਇਦਾ, ਉਹ ਵੀ ਤਾਂ ਨਾਲ ਇੱਕ ਪੇਪਰ ਵੀ ਆ ਇਹਨਾਂ ਨੂੰ ਕਰਨ, ਬ੍ਰਿਗੇਡੀਅਰ ਸਾਹਿਬ ਨੂੰ ਪਤਾ ਹੋਣਾ, ਉੱਤੇ ਲਿਖਿਆ ਸਫਾਈ ਨੰਬਰ ਵਗੈਰਾ ਜੋ ਵੀ ਹੈਗਾ। ਅੱਛਾ, ਜਿਹੜਾ ਉਸ ਵਕਤ ਦਾ ਦਿੱਤਾ ਜਾਂਦਾ ਸੀ ਉਹਨੂੰ ID ਕਾਰਡ। ਹਾਂਜੀ, ਲੇਕਿਨ ਉਹਨਾਂ ਨੇ ਸਾਨੂੰ ਜਗੀਰ ਲਾਈ ਸੀ ਇੱਕ, ਉਹ ਜਗੀਰ ਇਹਨਾਂ ਨੂੰ ਪਤਾ ਹੋਣਾ 2-3 ਪੁਸ਼ਤਾਂ ਚੱਲਦੀ ਹੁੰਦੀ ਸੀਗੇ ਤਾਂ 10 ਰੁਪਏ ਸਾਰੇ ਮਹੀਨੇ ਦੇ। ਲੇਕਿਨ ਉਹ ਸਾਨੂੰ ਅੱਜ ਤਾਈਂ ਨਹੀਂ ਕਿਸੇ ਨੂੰ ਦਿੱਤੇ, ਨਹੀਂ ਨਾ ਸਾਨੂੰ ਲੱਭੇ ਜਾਂ ਨਾ ਸਾਡੇ ਵੀ ਪਰਿਵਾਰ ਦੀ ਕੋਈ ਅਣਗਹਿਲੀ ਕਹਿ ਲਓ ਲਿਖਾ ਪੜ੍ਹੀ ਪਿੰਡਾਂ ਦੇ ਵਿੱਚ ਕੀਤੀ ਨਹੀਂ ਉਸ ਵੇਲੇ 1916। ਤੁਹਾਨੂੰ ਪਤਾ ਉਹਨਾਂ ਦਿਨਾਂ ਦੇ ਵਿੱਚ ਕਿੰਨੇ ਕੁ ਪਿੰਡਾਂ ਦੇ ਵਿੱਚ ਲਿਖਾ ਪੜ੍ਹੀ ਕਰਨ ਵਾਲੇ ਸੀਗੇ। ਹਾਂਜੀ, ਮੇਰੇ ਫਾਦਰ ਸਾਹਿਬ 1931 ਚ ਪੜ੍ਹੇ ਸੀਗੇ, ਲੇਕਿਨ ਉਦੋਂ ਬਾਅਦ ਵੀ ਉਹਨਾਂ ਨੇ ਕੋਈ ਇੰਨੀ ਨਹੀਂ ਜਿੰਨਾ ਅਸੀਂ ਆ ਕੇ ਇੱਥੇ ਲਿਖਾ ਪੜ੍ਹੀ ਕਰਕੇ ਖੋਜ ਕਰ ਲਈ ਆ। ਹੁਣ ਮੇਰੇ ਕੋਲ ਸਾਰੇ ਸਭ ਕੁਝ ਪਿਆ, ਚਿੱਠੀਆਂ ਵੀ ਹੋਮ ਆਫਿਸ ਦੀਆਂ ਪਈਆਂ, ਬਕਾਇਦਾ ਐਡਰੈਸ ਸੁਣੀ, ਬਕਾਇਦਾ ਉਹਦਾ ਸਟੋਨ ਨੰਬਰ, ਕਵਰ ਨੰਬਰ, ਸਭ ਕੁਝ ਉੱਤੇ ਲਿਖਿਆ ਆ। ਜੀ ਬ੍ਰਿਗੇਡੀਅਰ ਸਾਹਿਬ।
ਹਾਂ ਰਾਏ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਸਲੂਟ ਕਰਦਾ। ਤੁਸੀਂ ਇੱਕ ਫਸਟ ਵਰਲਡ ਵਾਰ ਦੇ ਮਾਰਟਾਇਰ ਦੇ ਤੁਸੀਂ ਉਸ ਜਨਰੇਸ਼ਨ ਚੋਂ ਔਰ ਤੁਸੀਂ ਉਹਨਾਂ ਦੀ ਨਿਸ਼ਾਨੀ ਵੀ ਸਾਂਭ ਕੇ ਰੱਖੀ ਹੈ। ਮੈਂ ਤੁਹਾਨੂੰ ਯਕੀਨ ਦਵਾਉਣਾ ਕਿ ਇੱਕ ਬ੍ਰਿਗੇਡੀਅਰ ਇੰਦਰ ਮੋਹਨ ਨੇ ਜਿਹੜੀ ਉਹ ਆਰਗੇਨਾਈਜੇਸ਼ਨ ਵਿਡੋਜ਼ ਨੂੰ ਪੈਨਸ਼ਨ ਵੰਡਦੇ ਆ, ਜੇ ਤੁਸੀਂ ਮੇਰੇ ਨਾਲ ਡਿਟੇਲ ਇਹਦੇ ਸ਼ੇਅਰ ਕਰੋ ਤਾਂ ਅਸੀਂ ਉਹ ਜਗੀਰ ਵੀ ਦੁਬਾਰਾ ਰਿਵਾਈਵ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਪੈਸੇ ਦੀ ਗੱਲ ਨਹੀਂ ਹੈ, ਆਨਰ ਦੀ ਗੱਲ ਮੰਨਦੀ ਹੈ। ਸਾਡੇ ਬੱਚੇ ਕੱਲ ਨੂੰ ਕਹਿ ਸਕਣ ਵੀ ਸਾਨੂੰ ਇਹ ਆਨਰ ਮਿਲਿਆ। ਧੰਨਵਾਦ ਜੀ। ਕਰਨਲ ਸਾਹਿਬ ਤੁਹਾਡੇ ਨਾਲ ਮੇਰੇ ਖਿਆਲ ਸਕੱਤਰ ਤੁਹਾਡੀ ਸੰਸਥਾ ਦੇ ਆ ਕਰਨ ਸੋਹੀ ਸਾਹਿਬ। ਹਾਂਜੀ ਹਾਂਜੀ, ਮੇਰੇ ਉਹਨਾਂ ਨਾਲ ਬੜੇ ਚਿਰ ਤੋਂ ਸੰਬੰਧ ਆ, ਸਾਡੇ ਇੱਥੇ ਕੋਲੇ ਹੀ ਆ, ਮੇਰੇ ਬੜੇ ਸੰਬੰਧੀ ਆ, ਕਰਦੇ ਹੁੰਦੇ ਫੋਨ ਜੀ ਰੰਗਲਾ ਪੰਜਾਬ। ਹਾਂਜੀ, ਤਾਂ ਉਹਨਾਂ ਦੇ ਰਾਹੀਂ ਮੈਂ ਤੁਹਾਡੇ ਨਾਲ ਗੈਟ ਇਨ ਟੱਚ ਕਰਾਂਗਾ। ਲੇਕਿਨ ਆਪ ਬਹੁਤ ਤੁਹਾਡਾ ਧੰਨਵਾਦ। ਮੈਂ ਪਹਿਲੀ ਵਾਰ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦਾ ਕਿ ਅੱਜ ਚਾਵਲਾ ਸਾਹਿਬ ਨੇ ਇਹੋ ਜਿਹਾ ਵਿਸ਼ਾ ਰੇਡੀਓ ਦੇ ਉੱਤੇ ਲੈ ਕੇ ਆਂਦਾ ਜਿਹੜਾ ਕਿ ਆਪਸੀ ਤੁਹਾਡੇ ਨਾਲ ਬਾਕੀ ਆਪਣੇ ਸਰੋਤਿਆਂ ਨਾਲ ਸਾਂਝਾ ਕਰ ਸਕਦੇ ਹਾਂ ਜੀ। ਰਾਏ ਸਾਹਿਬ ਤੁਸੀਂ ਸਦਾ ਮਾਣ ਮਹਿਸੂਸ ਕਰੋ, ਆਪਣੇ ਬੱਚਿਆਂ ਨੂੰ, ਗ੍ਰੈਂਡ ਚਿਲਡਰਨ ਨੂੰ ਵੀ ਕਹੋ ਤੁਸੀਂ ਇੱਕ ਬੜੇ ਆਨਰੇਬਲ ਇਸ ਸਾਡੀ ਕਮਿਊਨਿਟੀ ਦੇ ਇੱਥੇ ਮੈਂਬਰ ਹੋ। ਅਸੀਂ ਤੁਹਾਨੂੰ ਸਲੂਟ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਦਿਲਬਾਗ ਜੀ ਤੁਹਾਡਾ ਵੀ। ਮੈਨੂੰ ਜਿਸ ਤੱਕ ਧੁੰਦਲਾ ਬਗੇੜੇ ਸਾਹਿਬ ਯਾਦ ਆਉਂਦਾ, ਫਾਦਰ ਸਾਹਿਬ ਵੀ ਜੀ ਦੱਸਦੇ ਹੁੰਦੇ ਸੀ ਵੀ ਕੋਈ ਜਾਪਾਨ ਦੇ ਵਿੱਚ ਵੀ ਉਹਨਾਂ ਨੇ ਉੱਥੇ ਮਤਲਬ ਕੋਈ ਗਏ ਸੀਗੇ, ਉਦੋਂ ਦਾ ਮੈਨੂੰ ਪੂਰਾ ਯਾਦ ਨਹੀਂ ਆ। ਮੈਂ ਤਾਂ ਹੁਣ ਆਪਣੇ ਪਰਿਵਾਰ ਦੇ ਕਿਸੇ ਵੱਡੇ ਮੈਂਬਰ ਦੇ ਕੋਲੋਂ ਹੀ ਪੁੱਛ ਸਕਦਾ ਵੀ ਉਹ ਕੀ ਕਹਾਣੀ ਸੀ, ਕਿਉਂਕਿ ਸਾਡੇ ਸਾਰੇ ਹੌਲੀ ਹੌਲੀ ਕਰਕੇ ਤੁਰ ਗਏ ਆ। ਫਾਦਰ ਸਾਹਿਬ ਤੇ 76 ਹੀ ਤੁਰ ਗਏ ਸੀ, ਮੈਂ ਤਾਂ ਛੋਟਾ ਸੀਗਾ। ਪਰ ਉਹ ਜਾਪਾਨ ਵੀ ਉਹਨਾਂ ਨੇ ਜੌਬ ਕੀਤੀ ਆ। ਉਸ ਵਕਤ ਦਾ ਕੋਈ ਹੈ ਤੁਹਾਡੀ ਨੌਲੇਜ ਦੇ ਵਿੱਚ ਕਿ ਕੀ ਸੀਗਾ ਉੱਥੇ? ਜਾਪਾਨ ਜਦੋਂ ਤੁਹਾਨੂੰ ਯਾਦ ਹੋਣਾ ਚਾਵਲਾ ਸਾਹਿਬ, ਸੈਕੰਡ ਵਰਲਡ ਵਾਰ 'ਚ ਜਦੋਂ ਪਰਲ ਹਾਰਬਰ ਤੇ ਅਟੈਕ ਕੀਤਾ ਸੀਗਾ, ਉਦੋਂ ਅਲਾਈਡ ਫੋਰਸਿਸ ਦੇ ਨਾਲ ਬਹੁਤ ਸਾਰੇ ਸਾਡੇ ਹਿੰਦੁਸਤਾਨ ਇੰਡੀਅਨ ਆਰਮੀ ਦੇ ਸੋਲਜਰ ਸੀਗੇ। ਤੋ ਜੇ ਉਹ ਹਿਸਟਰੀ ਹੈ, ਉਹ ਵੀ ਇੱਕ ਬੜੀ ਵੱਡੀ ਹਿਸਟਰੀ ਹੈ, ਉਹ ਵੱਡੀ ਮਤਲਬ ਉਹ ਵੀ ਆਪਾਂ ਉਹਦਾ ਪਾਰਟ ਰਹੇ ਨੇ ਫਾਦਰ ਸਾਹਿਬ। ਹਾਂਜੀ ਹਾਂਜੀ, ਪਾਰਟ ਹੋਣੇ ਆ ਜੀ ਉਸ ਲੜਾਈ ਦੇ ਵਿੱਚ ਜੀ, ਉਹਦਾ ਉਸ ਲੜਾਈ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ। ਮੈਂ ਹੁਣ ਧੁੰਦਲਾ ਯਾਦ ਆ ਰਿਹਾ, ਗੱਲਾਂ ਕਰਦੇ ਹੁੰਦੇ ਕਿ ਜਾਪਾਨ ਤੋਂ ਫਾਦਰ ਸਾਹਿਬ ਆਏ ਸੀਗੇ, ਬਾਅਦ ਦੇ ਵਿੱਚ ਉਹਨਾਂ ਦੀ ਸ਼ਾਦੀ ਹੋਈ, ਸਮਥਿੰਗ ਲਾਈਕ ਦੈਟ, ਇੱਦਾਂ ਦੀਆਂ ਗੱਲਾਂ ਵੀ ਜੀ ਕਰਦੇ ਹੁੰਦੇ। ਸੋ ਆਓ ਅਗਲੀ ਕਾਲ ਤੇ ਚੱਲਦੇ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬ੍ਰਿਗੇਡੀਅਰ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਰ, ਫਸਟ ਵਰਲਡ ਵਾਰ ਦੇ ਅਰਾਊਂਡ 1918-19 ਦੇ ਅਕੋਰਡਿੰਗਲੀ ਹੋਈ ਸੀ ਨਾ ਜੀ, ਰਾਈਟ? ਜੇ ਮੈਂ ਗਲਤ? ਹਾਂ, 1918 'ਚ ਖਤਮ ਹੋ ਗਈ ਸੀ। ਹਾਂਜੀ ਸਰ, ਮੇਰਾ ਜੋ ਸਵਾਲ ਹੈ ਹਿਸਟੋਰੀਕਲ ਤੇ ਥੋੜਾ ਜਿਹਾ ਲੌਜੀਕਲੀ ਆ, ਮਾਈਂਡ ਨਾ ਕਰਿਓ ਪਲੀਜ਼, ਵਿਦ ਡਿਊ ਰਿਸਪੈਕਟ। ਨਹੀਂ। ਹਾਂਜੀ ਸਰ, ਦੇਖੋ ਉਸ ਟਾਈਮ ਤੇ ਫਸਟ ਵਰਲਡ ਵਾਰ ਦੇ ਵਿੱਚ ਆਪਣੇ ਇੰਡੀਅਨ ਸੋਲਜਰ ਜਿੱਦਾਂ ਦੇ ਲਈ ਅਸੀਂ ਹੁਣ ਮਾਨ ਸਨਮਾਨ ਦੀ ਗੱਲ ਕਰ ਰਹੇ ਹਾਂ, ਹਾਂਜੀ, ਉਹ ਬ੍ਰਿਟਿਸ਼ ਆਰਮੀ ਦੇ ਵਿੱਚ ਲੜ ਰਹੇ, ਲੜ ਕਿਹਦੇ ਨਾਲ ਰਹੇ? ਜਰਮਨ ਨਾਲ। ਹੁਣ ਸਾਡੇ ਸਿੱਖ ਜਰਮਨ ਦੇ ਵਿੱਚ ਵੀ ਲੜ ਰਹੇ ਆ, ਉਹ ਮਤਲਬ ਕਿ ਹੁਣ ਸਿੱਖ ਦੋਏ ਪਾਸੇ ਆ। ਹੁਣ ਅੱਛਾ, ਦੂਜੇ ਈਵਨ ਐਟ ਦਾ ਸੇਮ ਟਾਈਮ ਇੰਡੀਅਨ ਨੈਸ਼ਨਲ ਆਰਮੀ ਦੇ ਸੁਭਾਸ਼ ਚੰਦਰ ਬੋਸ, ਉਹ ਆਪਣੇ ਇੰਡੀਆ ਨੂੰ ਯਾਦ ਕਰਾਉਣ ਦੇ ਲਈ ਜਰਮਨ ਤੋਂ, ਜਾਪਾਨ ਤੋਂ ਮਦਦ ਮੰਗ ਰਹੇ ਆ। ਲੇਕਿਨ ਤੁਸੀਂ ਉਹ ਫਸਟ ਵਰਲਡ ਵਾਰ ਜਿਹੜੇ ਸਾਡੇ ਸੋਲਜਰ ਜਿਹਨਾਂ ਨੇ ਤੁਸੀਂ ਸਨਮਾਨ ਮੰਗ ਰਹੇ ਹੋ, ਉਹ ਉਹਨਾਂ ਦੇ ਅਗੇਂਸਟ ਲੜ ਰਹੇ ਆ। ਸੋ ਪਲੀਜ਼ ਥੋੜਾ ਜਿਹਾ ਇਹ ਸਮਝਾਓ ਵੀ ਜਿਹੜੇ ਉਹ ਫਸਟ ਵਰਲਡ ਵਾਰ ਦੇ ਸੋਲਜਰ, ਮੈਂ ਉਹਨਾਂ ਨੂੰ ਡਿਸਰਿਗਾਰਡ ਨਹੀਂ ਕਰਦਾ, ਠੀਕ ਹੈ ਨਾ ਜੀ, ਮੈਂ ਹਿਸਟੋਰੀਕਲ ਕੁਐਸਚਨ ਕਰ ਰਿਹਾ ਤੁਹਾਨੂੰ ਕਿ ਹੁਣ ਨਾ ਤਾਂ ਉਹ ਆਪਣੇ ਕੰਟਰੀ ਲਈ ਆ ਲੜਨ ਗਏ, ਨਾ ਉਹ ਆਪਣੇ ਲੋਕਾਂ ਲਈ ਲੜਨ ਗਏ, ਉਹ ਸਿਰਫ ਇੱਕ ਬ੍ਰਿਟਿਸ਼ ਦੀ ਪ੍ਰੋਟੈਕਸ਼ਨ ਦੇ ਲਈ ਗਏ। ਜਿਹੜੇ ਜਰਮਨ ਦੇ ਵਿੱਚ ਲੜ ਰਹੇ ਆ, ਉਹ ਹਿਟਲਰ ਦੀ ਪ੍ਰੋਟੈਕਸ਼ਨ ਲਈ ਲੜ ਰਹੇ ਆ, ਰਾਈਟ? ਤੇ ਲੇਕਿਨ ਜਿਹੜੇ ਇੰਡੀਆ ਲਈ ਲੜ ਰਹੇ ਆ, ਐਟ ਦਾ ਸੇਮ ਟਾਈਮ ਭਗਤ ਸਿੰਘ ਹੁਣੀ ਵੀ ਇੰਡੀਆ ਨੂੰ ਡਿਫੈਂਡ ਕਰਨ ਦੇ ਲਈ ਲੜ ਰਹੇ ਆ। ਤੁਸੀਂ ਜਿਨ੍ਹਾਂ ਨਾਲ ਭਗਤ ਸਿੰਘ ਹੁਣੀ ਲੜ ਰਹੇ ਆ, ਸੁਭਾਸ਼ ਚੰਦਰ ਬੋਸ ਹੁਣੀ ਜਾਂ ਗਦਰੀ ਬਾਬੇ, ਤੁਸੀਂ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ ਉੱਥੇ ਜਰਮਨ ਕਿਉਂ ਲੜਨ? ਸੋ ਪਲੀਜ਼ ਵਿਦ ਡਿਊ ਰਿਸਪੈਕਟ ਕਿ ਇਹ ਥੋੜਾ ਕਰੋ ਤੇ ਕੌਣ ਜ਼ਿਆਦਾ ਰਿਗਾਰਡ ਦੇ ਕਾਬਲ ਹੈ। ਥੈਂਕ ਯੂ ਸਰ। ਇਹ ਤੁਸੀਂ ਬੜਾ ਇੰਟਰਸਟਿੰਗ ਸਵਾਲ ਚੁੱਕਿਆ, ਔਰ ਇਹ ਇੱਕ ਦੋ ਵਾਰੀ ਪਹਿਲਾਂ ਵੀ ਉੱਠਿਆ ਜੀ ਕੁਐਸਚਨ, ਜਦੋਂ ਇਦਾਂ ਦੀ ਗੱਲ ਚੱਲਦੀ ਹੈ ਇਹ ਸਵਾਲ ਉੱਠਿਆ ਹੋਣਾ। ਤੇ ਇਹਦਾ ਮੈਂ ਡਿਟੇਲ 'ਚ ਜਵਾਬ ਤਾਂ ਨਹੀਂ ਦੇ ਸਕਦਾ ਕਿਉਂਕਿ ਚਾਵਲਾ ਸਾਹਿਬ ਦਾ ਟਾਈਮ ਕੀਮਤੀ ਹੈ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ। ਬ੍ਰਿਗੇਡੀਅਰ ਸਾਹਿਬ, ਤੁਸੀਂ ਟਾਈਮ ਦੀ ਪਰਵਾਹ ਨਾ ਕਰੋ, ਅਸੀਂ ਖੁੱਲੇ ਦਿਲ ਦੇ ਮਾਲਕ ਹਾਂ। ਮੇਰੇ ਬਾਪੂ ਨੇ ਨਾਂ ਦਿਲ ਬਾਗ ਰੱਖਿਆ, ਪਤਾ ਨਹੀਂ ਕੀ ਸੋਚ ਕੇ ਰੱਖਿਆ, ਦਿਲ ਬਾਗ। ਹਾਂਜੀ, ਤੇ ਕੋਈ ਟਾਈਮ ਆਪਣੇ ਕੋਲ 4 ਘੰਟੇ ਹੋਰ ਆਪਾਂ ਇੱਥੇ ਗਾਣੇ 2 ਘੱਟ ਲਾ ਲਾਂਗੇ, ਗੱਲਾਂ ਘੱਟ ਕਰ ਲਾਂਗੇ, ਪਰ ਇਹ ਸਵਾਲ ਦਾ ਜਵਾਬ ਜ਼ਰੂਰ ਮਿਲਣਾ ਚਾਹੀਦਾ। ਤੁਹਾਡੇ ਤੋਂ ਬੈਟਰ ਕੋਈ ਨਹੀਂ ਦੇ ਸਕਦਾ, ਕਿਉਂਕਿ ਇਸ ਕਾਲਰ ਨੂੰ ਮੈਂ ਰਿਸਪੈਕਟ ਵੀ ਦਿੰਦਾ।
ਇਹਨਾਂ ਨੇ ਵਿਦ ਡਿਊ ਰਿਸਪੈਕਟ ਕਹਿਣਾ ਦਾ ਮਾਈਂਡ ਨਾ ਕਰੇ ਤੇ ਸਵਾਲ ਇਹਨਾਂ ਦਾ ਟੇਢਾ ਹੀ ਹੁੰਦਾ ਜਿੱਦਾਂ ਹੁਣ। ਪਰ ਤੁਸੀਂ ਮੈਨੂੰ ਪਤਾ ਹੈ ਕਿ ਸਵਾਲ ਦਾ ਜਵਾਬ ਇਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਗੱਲ ਚੱਲੀ ਸੀ, ਪਹਿਲਾਂ ਵੀ ਇਹ ਕੁਐਸਚਨ ਕੀਤਾ, ਪਰ ਤੁਸੀਂ ਤਾਂ ਜਵਾਬ ਦੇ ਕੇ ਜਾਓ ਜਿੰਨਾ ਮਰਜ਼ੀ ਸਮਾਂ ਲੱਗੇ, ਨੋ ਪ੍ਰੋਬਲਮ। ਸਵਾਲ ਬੜਾ ਵਾਜਬ ਹੈ, ਵਾਜਬ ਹੈ ਔਰ ਇਹਦਾ ਜਵਾਬ ਦੇਣਾ ਬਣਦਾ, ਔਰ ਇਹਨਾਂ ਨੇ ਬੜੇ ਸੱਚੇ ਸੁੱਚੇ ਢੰਗ ਦੇ ਨਾਲ ਪੁੱਛਿਆ, ਤਾਂ ਆਈ ਥਿੰਕ ਆਈ ਰਿਸਪੈਕਟ ਹਿਮ ਮੋਰ ਦੈਨ ਐਨੀਵਨ ਐਲਸ ਜੀ। ਸੋ ਇਸ ਤਰ੍ਹਾਂ ਹੈ ਕਿ ਸਾਧ ਸਾਹਿਬ ਕੇ ਸੋਲਜਰ ਜਿਹੜੇ ਹੁੰਦੇ ਆ ਨਾ, ਇਹ ਸੋਲਜਰ ਨਹੀਂ ਲੜਾਈ ਕਰਦੇ, ਲੜਾਈ ਕਰਾਉਂਦੇ ਆ ਪੋਲੀਟੀਸ਼ੀਅਨ, ਔਰ ਪੋਲੀਟੀਕਲ ਏਮ ਹੁੰਦੇ ਆ ਜਾਂ ਪੁਰਾਣੇ ਰਾਜਿਆਂ ਦੇ ਏਮ ਹੁੰਦੇ ਸੀ। ਸੋਲਜਰ ਦਾ ਧਰਮ ਹੁੰਦਾ ਕਿ ਜਿਹਦੇ ਨਾਲ ਉਹ ਲੜਾਈ ਜਿਹਦੇ ਪਾਸੇ ਉਹ ਜਾ ਰਿਹਾ ਉਹਨੂੰ ਟੋਟਲ ਡੈਡੀਕੇਸ਼ਨ ਦੇਣੀ ਆ। ਹੁਣ ਤੁਸੀਂ ਇਹਨੂੰ ਫਿਲਾਸਫੀਕਲੀ ਦੇਖੋ ਕਿ ਮੈਂ ਜਿਹੜੀ ਇੱਕ ਯੂਨਿਟ ਜਿਹੜੀ ਕਮਾਂਡ ਕੀਤੀ ਸੀ ਉਹ ਸੀਗੀ ਮਡਰਾਸ ਰੈਜੀਮੈਂਟ ਦੀ, ਔਰ ਉਹ ਲੜੇ ਸੀਗੇ ਉਹਦੇ ਅਗੇਂਸਟ ਆਪਣੇ ਟੀਪੂ ਸੁਲਤਾਨ ਦੇ। ਹਾਂਜੀ, ਹੁਣ ਟੀਪੂ ਸੁਲਤਾਨ ਹੁਣ ਜਿਹੜੇ ਇਸ ਵੇਲੇ ਗਵਰਨਮੈਂਟ ਆਫ ਇੰਡੀਆ, ਅੱਛਾ ਉਹ ਜਿਹੜੀ ਲੜਾਈ ਸੀ ਅੰਗਰੇਜ਼ਾਂ ਦੇ ਅਗੇਂਸਟ ਸੀਗੀ, ਮਤਲਬ ਅਸੀਂ ਅੰਗਰੇਜ਼ਾਂ ਵੱਲੋਂ ਲੜੇ ਸੀ, ਟੀਪੂ ਸੁਲਤਾਨ ਇੰਡੀਆ ਵੱਲੋਂ ਲੜਿਆ ਸੀ। ਉਹਦੇ ਟਰੋਫੀ ਸਾਡੇ ਮੈਸ 'ਤੇ ਪਈ ਹੈ, ਉਹ ਗੋਰਿਆਂ ਨੇ ਵੀ ਉਹਨੂੰ ਦਿਖਾਇਆ, ਇੱਕ ਪਾਸੇ ਟੀਪੂ ਸੁਲਤਾਨ ਨੂੰ ਲਾਇਨ ਦਿਖਾਇਆ, ਆਪਣੇ ਆਪ ਨੂੰ ਉਹਨਾਂ ਨੇ ਬੱਬਰ ਸ਼ੇਰ ਦਿਖਾਇਆ। ਦੇਖੋ ਇਹ ਜਿਹੜੀ ਹੁੰਦੀ ਨਾ ਇਹ ਚੀਜ਼ਾਂ ਹਿਸਟਰੀ 'ਚ ਤੁਸੀਂ ਜਾਈਏ, ਆਪਾਂ ਹੁਣ ਇਹਨਾਂ ਦੀ ਫਰਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਦੀ ਜੇ ਗੱਲ ਕਰ ਲਈਏ, ਬ੍ਰਿਟਿਸ਼ ਆਰਮੀ ਨੂੰ ਹੈਲਪ ਦਿੱਤੀ ਸੀ ਇੰਡੀਅਨ ਜੋ ਵੀ ਪੋਲੀਟੀਸ਼ੀਅਨ ਨੇ ਕਿ ਬ੍ਰਿਟਿਸ਼ ਆਰਮੀ ਦੇ ਸੋਲਜਰ ਬਣ ਕੇ ਉੱਥੇ ਜਾਓਗੇ। ਉਹਨਾਂ ਦਾ ਧਰਮ ਇਹ ਸੀ ਕਿ ਸੱਚ ਲਈ ਲੜਨਾ, ਕਿਉਂਕਿ ਅਲਾਈਜ਼ ਉਸ ਵੇਲੇ ਸੱਚ ਲਈ ਲੜ ਰਹੀਆਂ ਸੀ। ਜਰਮਨ ਔਰ ਜਿਹੜੇ ਰਸ਼ੀਅਨਸ ਹੈ ਇਹ ਇਕੱਠੇ ਸੀਗੇ, ਇਹ ਸੱਚ ਦੇ ਅਗੇਂਸਟ, ਇਹ ਡਿਫਰੈਂਟ ਟਾਈਪ ਦੇ ਸਟੇਟਸ ਲਈ ਲੜ ਰਹੇ ਸੀਗੇ। ਤੁਹਾਨੂੰ ਪਤਾ ਹਿਟਲਰ ਦੀ ਸਟੋਰੀ ਦਾ, ਤੁਹਾਨੂੰ ਪਤਾ ਰਸ਼ੀਅਨਸ ਦਾ ਕਿਸ ਤਰ੍ਹਾਂ ਦਾ ਸੀਗਾ, ਉਹਦੇ ਲਈ ਇਹ ਲੜੇ ਨੇ ਔਰ ਇਹ ਮਾਰਟਰ ਹੋਏ ਨੇ। ਇਸੇ ਤਰ੍ਹਾਂ ਜਿਹੜੇ ਸੁਭਾਸ਼ ਚੰਦਰ ਬੋਸ ਉਸ ਵੇਲੇ ਬ੍ਰਿਟਿਸ਼ ਆਰਮੀ 'ਚ ਆਪਣੇ ਪੰਜਾਬੀ ਵੀ ਸੀਗੇ, ਜਿਹੜੇ ਸੁਭਾਸ਼ ਚੰਦਰ ਦੀ ਫੌਜ 'ਚ ਜਿਹੜੇ ਗਏ ਆ ਉਹ ਵੀ ਪੰਜਾਬੀ ਸੀਗੇ, ਉਹ ਸੁਭਾਸ਼ ਚੰਦਰ ਦੇ ਸੋਲਜਰ ਸੀਗੇ, ਇੱਧਰੋਂ ਆਪਣੇ ਬ੍ਰਿਟਿਸ਼ ਆਰਮੀ ਦੇ ਸੋਲਜਰ ਸੀਗੇ। ਕਿਹੜਾ ਠੀਕ ਲੜਿਆ ਕਿਹੜਾ ਨਹੀਂ ਲੜਿਆ, ਪਰ ਸੋਲਜਰ ਦਾ ਧਰਮ ਹੁੰਦਾ ਜਦੋਂ ਜਿਸ ਵੀ ਝੰਡੇ ਦੇ ਥੱਲੇ ਲੜਨਾ, ਦੇਸ਼ ਯੂਨਿਟ ਦੇ ਥੱਲੇ ਲੜਨਾ, ਉਹਦੇ 'ਚ ਆਨਰ ਲੈਂਦਾ। ਇਸ ਵੇਲੇ ਇੰਡੀਅਨ ਆਰਮੀ 'ਚ ਇਹ ਚੱਲ ਰਹੀ ਹੈ, ਇਹ ਡਿਬੇਟ ਵੀ ਚੱਲ ਰਹੀ ਹੈ ਕਿ ਜਿਹੜੇ ਇੰਡੀਆ ਦੇ ਸੋਲਜਰ ਬ੍ਰਿਟਿਸ਼ਰਸ ਲਈ ਲੜੇ ਸੀ, ਉਹ ਜਿਹੜੀਆਂ ਟਰੋਫੀਆਂ ਅਸੀਂ ਮੈਸੇਜ 'ਤੇ ਨਹੀਂ ਰੱਖਣੀਆਂ ਚਾਹੀਦੀਆਂ, ਪਰ ਉਹ ਜਿਹੜੀ ਯੂਨਿਟ ਹੁੰਦੀ ਆ ਉਹ ਟ੍ਰੈਡੀਸ਼ਨ ਲਈ ਲੜਦੀ ਆ। ਤੁਹਾਡੇ ਗ੍ਰੈਂਡਫਾਦਰ ਕਿਸੇ ਲਈ ਲੜੇ ਆ, ਉਹ ਤੁਹਾਡੇ ਲਈ ਟ੍ਰੈਡੀਸ਼ਨ ਹੈ, ਉਹ ਤੁਹਾਡੇ ਲਈ ਆਨਰ ਹੈ। ਸੋ ਇਹ ਜਿਹੜੀ ਸੋਲਜਰਿੰਗ ਹੈ ਨਾ, ਇਹਨੂੰ ਤੁਸੀਂ ਪੋਲੀਟਿਕਸ ਨਾਲ ਜੇ ਤੁਸੀਂ ਕੰਪੇਅਰ ਕਰਨਾ ਸ਼ੁਰੂ ਕਰ ਦੋਗੇ ਤੇ ਮੁਸ਼ਕਿਲ ਹੋ ਜਾਊਗੀ। ਇੱਕ ਡਿਬੇਟ ਇੰਡੀਆ 'ਚ ਹੋਰ ਹੋਈ ਸੀ ਚਾਵਲਾ ਸਾਹਿਬ ਕਿ ਜਦੋਂ ਆਪਾਂ ਜਿਹੜੀਆਂ ਐਂਗਲੋ ਸਿੱਖ ਵਾਰ ਹੋਈਆਂ, ਸਾਨੂੰ ਪਤਾ ਅਸੀਂ ਅੰਗਰੇਜ਼ਾਂ ਦੇ ਨਾਲ ਲੜੇ ਆ ਉਦੋਂ, ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ। ਸਾਡੇ ਜਿਹੜੇ ਅਗੇਂਸਟ ਸੀਗੇ ਉਹ ਗੁਰਖੇ ਸੀਗੇ ਔਰ ਬਿਹਾਰੀ ਸੀਗੇ ਔਰ ਯੂਪੀ ਦੇ ਸੀਗੇ, ਜਿਹੜੇ ਅੰਗਰੇਜ਼ਾਂ ਦੇ ਸੋਲਜਰ। ਬਿਲਕੁਲ ਬਿਲਕੁਲ, ਉਹ ਵੀ ਸੋਲਜਰ ਲੜੇ ਆ, ਅਸੀਂ ਵੀ ਲੜੇ ਆ। ਉਹ ਤੋਂ ਬਾਅਦ 'ਚ ਸਾਡੇ ਤੇ ਇਹ ਇਲਜ਼ਾਮ ਲਾਇਆ ਜਾ ਰਿਹਾ ਕਿ ਜਦੋਂ 57 ਦੀ ਮਿਊਟਨੀ ਹੋਈ ਹੈ, ਉਹਨੂੰ ਕਰਵ ਕਰਨ ਲਈ ਬ੍ਰਿਟਿਸ਼ਰ ਦੇ ਨਾਲ ਸਿੱਖ ਸੋਲਜਰ ਲੜੇ ਆ। ਹੁਣ ਤੁਸੀਂ ਦੇਖੋ ਇਹਨਾਂ ਚੀਜ਼ਾਂ ਨੂੰ, ਜੇ ਤੁਸੀਂ ਦੇਖਿਆ ਸੋਲਜਰ ਜਿਹੜਾ ਹੈ ਨਾ ਉਹ ਆਪਣੇ ਯੂਨਿਟ ਦੇ ਫਲੈਗ ਲਈ ਲੜਦਾ। ਇਹ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ, ਜਿਹੜੀ ਪੋਲੀਟਿਕਸ ਹੈ, ਜੇ ਇਹਨੂੰ ਅਸੀਂ ਮਿਕਸ ਅਪ ਕਰਨ ਲੱਗਦੇ ਤਾਂ ਫਿਰ ਅਸੀਂ ਸੋਲਜਰ ਦੀ ਟੋਟਲੀ ਰਿਸਪੈਕਟ ਹੀ ਲੂਜ਼ ਕਰ ਦੇਵਾਂਗੇ। ਦੂਸਰੀ ਗੱਲ ਇਹ ਹੈ ਕਿ ਜਦੋਂ ਬ੍ਰਿਟਿਸ਼ ਰਾਜ ਸੀਗਾ ਭਾਰਤ ਦੇ ਵਿੱਚ, ਤੇ ਉਹਦੇ ਵਿੱਚ ਜਿਹੜੇ ਆਪਣੀ ਰੋਜੀ ਰੋਟੀ ਖਾਤਰ, ਪਰਿਵਾਰ ਨੂੰ ਪਾਲਣ ਖਾਤਰ ਜਦੋਂ ਉਹ ਭਰਤੀ ਹੋ ਗਏ ਤੇ ਉਹਨਾਂ ਨੂੰ ਇੱਕ ਓਥ ਚੁਕਾਈ ਜਾਂਦੀ, ਸਹੁੰ ਚੁਕਾਈ ਜਾਂਦੀ ਹੈ ਕਿ ਮੈਂ ਇਸ ਜੋ ਸੇਵਾ ਲੈ ਰਿਹਾ ਇਹਦੇ ਵਾਸਤੇ ਆਪਣੀ ਜਾਨ ਵਾਰਨ ਤੋਂ ਵੀ ਪਿੱਛੇ ਨਹੀਂ ਹਟਾਂਗਾ ਤੇ ਇਹਦੀ ਖਾਤਰ ਲੜਾਂਗਾ, ਇੱਕ ਕਸਮ ਹੁੰਦੀ ਹੈ। ਦੂਜੀ ਗੱਲ ਤੁਸੀਂ ਇਹ ਦੇਖਿਆ ਹੋਣਾ ਕਿ ਜਦੋਂ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਈ ਹੈ ਤੇ ਇੱਕ ਤਸਵੀਰ ਆਉਂਦੀ ਹੁੰਦੀ ਸੀਗੀ ਬ੍ਰਿਗੇਡੀਅਰ ਸਾਹਿਬ, ਹੁਣ ਤਾਂ ਸ਼ਾਇਦ ਅਲੋਪ ਕਰ ਦਿੱਤੀ ਗਈ ਹੈ, ਗੋਲੀਆਂ ਖਾਣ ਵਾਲੇ ਵੀ ਸਿੱਖ ਨੇ ਤੇ ਚਲਾਉਣ ਵਾਲੇ ਵੀ ਸਿੱਖ ਨੇ, ਤੇ ਸਿਰਫ ਇੱਕ ਆਰਡਰ ਕਰ ਰਿਹਾ ਉਹ ਜਨਰਲ ਡਾਇਰ ਹੈ, ਉਹ ਇੱਕ ਟੋਪੀ ਵਾਲਾ, ਬਾਕੀ ਸਾਰੇ ਚਲਾਉਣ ਵਾਲੇ ਵੀ ਸਿੱਖ। ਵੇਖਿਆ ਹੋਣੀ ਤੁਸੀਂ ਫੋਟੋ, ਹਨਾ? ਬਿਲਕੁਲ ਬਿਲਕੁਲ ਬਿਲਕੁਲ। ਇੱਕ ਫੋਟੋ ਉਸ ਵਕਤ ਦੀ ਜਿਹੜੀ ਬੜੀ ਪਾਪੂਲਰ ਹੁੰਦੀ ਸੀਗੀ। ਪਰ ਇਹ ਹੈ ਕਿ ਜਦੋਂ ਉਹਨਾਂ ਨੇ ਆਪਣੇ ਕਮਾਂਡਰ ਦਾ ਹੁਕਮ ਮੰਨਿਆ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈ ਉੱਥੋਂ ਰੋਜੀ ਰੋਟੀ ਪਰਿਵਾਰ ਨੂੰ ਪਾਲਣ ਵਾਸਤੇ ਤਨਖਾਹ ਮਿਲਦੀ ਹੈ। ਹਾਂਜੀ, ਸੋ ਉਹਨਾਂ ਦਾ ਉਹ ਧਰਮ ਹੈ ਆਪਣੇ ਹੁਕਮ ਨੂੰ ਵਜਾਉਣਾ। ਦਰਬਾਰ ਸਾਹਿਬ ਤੇ ਅਟੈਕ ਹੋਇਆ,
ਉਹ ਵੀ ਤਾਂ ਉਹਦੇ ਵਿੱਚ ਹੁੱਬ ਕੇ ਕਹਿੰਦੇ ਬ੍ਰਿਗੇਡੀਅਰ ਸਾਹਿਬ ਕਿ ਜੀ ਸਭ ਤੋਂ ਵੱਡਾ ਜਰਨੈਲ ਸਿੱਖ ਸੀਗਾ, ਸਭ ਤੋਂ ਵੱਡਾ। ਉਹ ਤਾਂ ਅਸੀਂ ਉਹਦੀ ਕੰਡੈਮ ਕਰਦੇ ਹਾਂ, ਉਹ ਮਨਾ ਵੀ ਕਰ ਸਕਦਾ ਸੀ ਕਿਉਂਕਿ ਐਜ਼ ਪਰ ਕਨਸਟੀਟਿਊਸ਼ਨ ਨਹੀਂ ਸੀਗਾ। 2 ਵਾਰੀ ਇੰਡੀਅਨ ਆਰਮੀ ਤੋਂ ਗਲਤੀਆਂ ਹੋਈਆਂ, ਮੈਂ ਅੱਜ ਵੀ ਪੰਨੂ ਸਾਹਿਬ ਨਾਲ ਡਿਸਕਸ ਕਰ ਰਿਹਾ ਸੀ, ਇੱਕ ਬਲੂ ਸਟਾਰ ਦੀ, ਇੱਕ ਜਿਹੜਾ ਛੱਤੀਸਪੁਰਾ 'ਚ ਜਿਹੜਾ ਉਹਨੇ ਕੀਤੀ ਹੈ। ਵੈਸੇ ਮੇਰੇ ਨੌਲੇਜ ਤੇ ਜੇ ਕੋਈ ਮੈਨੂੰ ਦੱਸ ਦੇਵੇ ਕਿ ਹਿੰਦੁਸਤਾਨ ਦੀ ਉਹਨਾਂ ਨੇ ਵੀ ਕਨਸਟੀਟਿਊਸ਼ਨ ਦੇ ਅਗੇਂਸਟ ਜਾ ਕੇ ਕੀਤਾ। ਬਾਕੀ ਜਿਹੜਾ ਕਨਸਟੀਟਿਊਸ਼ਨ ਦੇ ਹੁੰਦਾ ਉਹ ਤਾਂ ਸੋਲਜਰ ਦਾ ਧਰਮ ਹੁੰਦਾ। ਇਹ ਤਾਂ ਅਸੀਂ ਮੈਂ ਪਿੱਛੇ ਲੈ ਜਾਵਾਂ ਹਿਸਟਰੀ ਦੇ ਵਿੱਚ ਮਹਾਭਾਰਤ ਯੁੱਧ ਵੀ ਹੋਇਆ, ਉਹ ਜਿਹੜੇ ਪਾਂਡਵਾਂ ਦੇ ਉਹੀ ਕਜ਼ਨ ਹੀ ਸੀਗੇ ਜਿਨ੍ਹਾਂ ਦੇ ਅਗੇਂਸਟ ਅਰਜਨ ਪੁੱਛਦਾ ਸੀਗਾ ਕ੍ਰਿਸ਼ਨ ਨੂੰ ਕਿ ਉਹ ਤਾਂ ਆਪਣੇ ਬੰਦੇ ਆ। ਉਸ ਵੇਲੇ ਉਹਦੇ ਲਈ ਧਰਮ ਸੀਗਾ ਐਜ਼ ਅ ਸੋਲਜਰ ਦਾ ਜਿਹੜਾ ਧਰਮ ਹੁੰਦਾ ਨਾ। ਇਹ ਤੇ ਬੜੀ ਵੱਡੀ ਡਿਬੇਟ ਹੋ ਸਕਦੀ ਹੈ, ਬੜਾ ਇੰਟਰਸਟਿੰਗ ਸਵਾਲ ਹੈ। ਅੱਛਾ, ਨਹੀਂ ਬਹੁਤ ਵੱਡਾ ਅਹਿਮ ਸਵਾਲ ਹੈ, ਪਰ ਇਹਦੇ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਨਮਾਨ ਹੁਣ ਕਿਹਨੂੰ ਮਿਲਣਾ ਚਾਹੀਦਾ। ਸਵਾਲ ਤੇ ਇਹ ਪੈਦਾ ਹੁੰਦਾ, ਦੇਖੋ ਇਸ ਤਰ੍ਹਾਂ ਹੈ ਕਿ ਮੇਰੇ ਹਿਸਾਬ ਦੇ ਨਾਲ ਜਿਹੜਾ ਸੋਲਜਰ ਹੈ ਉਹਨੇ ਯੂਨਿਟ ਲਈ ਲਿਖਿਆ, ਉਹਦਾ ਸਨਮਾਨ ਉਸੇ ਤਰ੍ਹਾਂ ਹੋਣਾ ਚਾਹੀਦਾ ਜਿਹੜਾ ਸੁਭਾਸ਼ ਚੰਦਰ ਬੋਸ ਦੇ ਨਾਲ ਜਿਹੜੇ ਸਾਡੇ ਪੰਜਾਬੀ ਸੋਲਜਰ ਉਹਨਾਂ ਦਾ ਵੀ ਸਨਮਾਨ ਓਨਾ ਹੀ ਹੋਣਾ ਚਾਹੀਦਾ। ਅਨਫੋਰਚੂਨੇਟਲੀ ਨਹੀਂ ਹੋਇਆ। ਉਸੇ ਤਰ੍ਹਾਂ ਜਿਹੜੇ ਬ੍ਰਿਟਿਸ਼ ਆਰਮੀ ਦੇ ਨਾਲ ਸੋਲਜਰ ਹੈ ਉਹਦਾ ਵੀ ਸਾਨੂੰ ਬਿਲਕੁਲ ਉਹਨਾਂ ਨੇ ਵੀ ਸੱਚ ਲਈ, ਚਾਹੇ ਉਹ ਬ੍ਰਿਟਿਸ਼ ਆਰਮੀ ਵਾਸਤੇ ਲੜੇ ਨੇ ਤੇ ਚਾਹੇ ਦੂਜੇ ਪਾਸੇ ਲੜੇ ਨੇ, ਜਿਸ ਵੀ ਆਰਮੀ ਦੇ ਵਿੱਚ ਸਿੱਖ ਸੀ, ਮਤਲਬ ਤੁਸੀਂ ਕਹਿ ਰਹੇ ਹੋ ਕਿ ਭਾਰਤੀ ਸੀ ਜਾਂ ਉਸ ਵਕਤ ਦਾ ਸਿੱਖ ਸੀ, ਉਹਨੂੰ ਉਸ ਉਧਰਲੇ ਪਾਸਿਓਂ ਪੂਰਾ ਸਨਮਾਨ ਮਿਲਣਾ ਚਾਹੀਦਾ। ਬਿਲਕੁਲ ਜੀ। ਸਵਾਲ ਇਹ ਹੈ ਕਿ ਜਿੱਥੇ ਵੀ ਜਿਹੜੇ ਪਾਸਿਓਂ ਵੀ ਲੜੇ ਨੇ ਉਹਨਾਂ ਨੂੰ ਉਹਨਾਂ ਦੀ ਵਫਾਦਾਰੀ ਦਾ ਸਬੂਤ ਜਿਹੜਾ ਉਹਨਾਂ ਨੇ ਦਿੱਤਾ ਕਿ ਅਸੀਂ ਤੁਹਾਡੇ ਪ੍ਰਤੀ ਵਫਾਦਾਰ ਹਾਂ, ਤੁਹਾਡੀ ਮਤਲਬ ਅਸੀਂ ਮਤਲਬ ਜੌਬ ਦੇ ਉੱਤੇ ਹਾਂ ਤੇ ਤੁਹਾਡੇ ਨਾਲ ਵਫਾਦਾਰੀ ਨਿਭਾਉਂਦੇ ਹਾਂ, ਸ਼ਹੀਦੀ ਵੀ ਮਿਲ ਜਾਵੇ ਸਾਨੂੰ ਤੇ ਕੋਈ ਪਰਵਾਹ ਨਹੀਂ। ਸੋ ਇਸ ਕਰਕੇ ਉਹਨਾਂ ਨੂੰ ਸਨਮਾਨ ਮਿਲਣਾ ਚਾਹੀਦਾ। ਮੇਰੇ ਨਾਲ ਕਾਲ ਇੱਕ ਹੋਰ ਕਾਫੀ ਲੰਮੇ ਸਮੇਂ ਤੋਂ ਫਲੈਸ਼ ਕਰ ਰਹੀ, ਫਿਰ ਆਪਾਂ ਵਾਈਂਡ ਅਪ ਕਰਦੇ। ਵੈਲਕਮ ਜੀ। ਹੈਲੋ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ। ਆਓ ਜੀ ਆਓ। ਚਾਵਲਾ ਸਾਹਿਬ, ਜਿੰਨੀ ਸੇਵਾ ਤੁਸੀਂ ਕਰਦੇ ਆ ਮੈਂ ਪਿੱਠ ਪਿੱਛੇ ਲੋਕਾਂ ਨੂੰ ਕਹਿਣਾ ਹੁੰਦਾ, ਜੋ ਕੁਝ ਦੇਖੋ ਤੁਹਾਡੇ ਨਾਲ ਮੈਂ ਬਹੁਤ ਚਿਰ ਦਾ ਜੁੜਿਆ ਆ ਜੀ। ਤੁਸੀਂ ਚੈੱਕ ਕਰਦੇ ਆ ਕਿ ਪੰਜਾਬ ਵਿੱਚ ਵਾਕਿਆ ਉਹਨੂੰ ਤਕਲੀਫ ਹੈ। ਉਹ ਤੁਹਾਨੂੰ ਯਾਦ ਹੋਣਾ, ਮੈਂ ਤੁਹਾਨੂੰ ਕਹਿ ਰੱਖਿਆ ਸੀ ਵੀ ਮੇਰਾ $100 ਲਿਖ ਰੱਖਿਆ, ਮਿਹਰਬਾਨੀ। ਔਰ ਜਿੰਨੀ ਦਫਾ ਮੈਂ ਉਸੇ ਗੱਲ ਤੇ ਮੈਂ ਉਹ ਪੈਸਾ ਤੁਸੀਂ ਜਿੱਥੇ ਇਕੱਠਾ ਕਰ ਉੱਥੇ ਦਿੰਦਾ ਹੈ, ਔਰ ਤੁਹਾਡਾ ਅਕਾਊਂਟ ਬੜਾ ਸਾਫ਼ ਹੈ। ਜਿਸ ਨੇ ਇੱਥੇ ਖਾਧਾ ਉਹਦੀ ਜੋ ਕੁਝ ਹੋਇਆ ਤੁਸੀਂ ਵੀ ਜਾਣਦੇ। ਹੁਣ ਆਓ ਦੂਜੀ ਜੀ, ਮੈਂ 28 ਸਾਲ ਨੌਕਰੀ ਕੀਤੀ, 4 ਲੜਾਈਆਂ ਲੜਿਆ। ਬਾਪ ਮੇਰਾ ਸੈਕੰਡ ਵਰਲਡ ਵਾਰ, ਨਾਨਾ ਮੇਰਾ ਫਸਟ ਵਰਲਡ ਵਾਰ, ਬਾਪ ਸੈਕੰਡ ਵਰਲਡ ਵਾਰ। ਇਸ ਬ੍ਰਿਗੇਡੀਅਰ ਸਾਹਿਬ ਨੂੰ ਬੈਠੇ ਨੂੰ ਅਮਰੀਕਾ 'ਚ ਮੈਂ ਪ੍ਰਧਾਨ ਬਣਾਇਆ। ਇਹਨੂੰ ਪੁੱਛੋ ਮੇਰੇ ਨਾਲ ਇਹਨੇ ਕੀ ਕੀਤੀ, ਇਹਨੂੰ ਪੁੱਛੋ। ਮੈਂ ਜਨਰਲ ਸਾਹਿਬ ਬੈਠਾ ਸੀ ਉਦੋਂ ਉੱਠ ਕੇ ਮੈਂ ਇਹ ਗੱਲ ਕਹੀ, ਸਿਰਫ ਮੇਰਾ ਰੈਂਕ ਛੋਟਾ ਕਰਕੇ, ਬਾਕੀ ਲਿਖੀ ਹੋਈ ਹਿਸਟਰੀ ਤੁਹਾਨੂੰ ਮੈਂ ਦੇਊਂਗਾ। ਤੁਸੀਂ ਤਾਂ ਅੜ ਜਾਂਦੇ ਆ ਵੱਡੇ ਵੱਡਿਆਂ ਨਾਲ ਵਾਦੀ ਕੁਰਸੀ। ਕੈਪਟਨ ਸਾਹਿਬ ਇੱਕ ਮਿੰਟ ਹੋਲਡ ਰੱਖੋ। ਹਾਂ ਹੋਲਡ ਕਰਾਓਗਾ ਮੇਰੇ ਉੱਤੇ ਕੋਈ ਇੱਕ ਮਿੰਟ ਕੈਪਟਨ ਸਾਹਿਬ ਹੋਲਡ ਰੱਖੋ। ਬ੍ਰਿਗੇਡੀ ਸਾਹਿਬ, ਪਰਸਨਲ ਕੋਈ ਸਵਾਲ ਜਵਾਬ ਨਹੀਂ ਸੀ ਹੋ ਰਿਹਾ, ਪਰ ਤੁਸੀਂ ਜੋ ਕਾਫੀ ਲੰਮੇ ਸਮੇਂ ਬਾਅਦ ਆਏ ਹੋ, ਤੁਸੀਂ ਮੇਰੇ ਨਾਲ ਲੜਾਈਆਂ ਵੀ ਕਰਦੇ ਹੋ, ਝਗੜੇ ਵੀ ਕਰਦੇ ਹੋ, ਫਿਰ ਵੀ ਆਉਂਦੇ ਹੋ, ਤੁਹਾਡੀ ਤਾਰੀਫ ਕਰਦਾ, ਇੱਜ਼ਤ ਦਿੰਦੇ ਹੋ। ਮੈਂ ਵੇਖੋ ਇੱਕ ਮਿੰਟ ਹੁਣ ਮੈਨੂੰ ਬੋਲ ਲੈਣ ਦਿਓ। ਤੁਸੀਂ ਐਜ ਮੈਂ ਹੋਸਟ ਆ, ਜਿਹੜੇ ਮੇਰੇ ਮਹਿਮਾਨ ਨੇ ਉਹਨਾਂ ਪ੍ਰਤੀ ਤੁਸੀਂ ਕੋਈ ਸ਼ਬਦ ਬੋਲਿਆ, ਉਹਨਾਂ ਨੂੰ ਮੌਕਾ ਦੇਵਾਂਗਾ। ਪਲੀਜ਼ ਹੁਣ ਤੁਸੀਂ ਬੋਲਣਾ ਨਹੀਂ ਹੈ, ਹੋਲਡ ਰੱਖੋ। ਦੇਖੋ ਮੈਂ ਡਾਇਰੈਕਟਰ ਰਿਹਾ, ਇਹ ਹੋਲਡ ਰੱਖੋ। ਹੁਣ ਦੱਸੋ, $10,000 ਦੇਊਂ ਅਗਰ ਮੇਰੇ। ਵੇਖੋ ਕੈਪਟਨ ਸਾਹਿਬ, 1 ਮਿੰਟ ਹੋਲਡ ਰੱਖੋ। ਤੁਹਾਡੀ ਆਪਣੀ ਇੰਡੀਵਿਜੂਅਲ ਕੋਈ ਗਰੁੱਪ ਦੀ ਗੱਲ ਆ, ਉਹਦੇ ਵਿੱਚ ਤੁਸੀਂ ਹੁਣ ਕੈਪਟਨ ਸਾਹਿਬ ਹੋਲਡ ਰੱਖੋਗੇ? ਬਿਲਕੁਲ ਹੋਲਡ ਹੈ ਨਾ, ਹੋਲਡ ਰੱਖੋਗੇ ਨਾ। ਮੈਨੂੰ ਨਹੀਂ ਪਤਾ ਤੁਹਾਡਾ ਕੀ ਮਸਲਾ ਕੀ ਨਹੀਂ। ਬ੍ਰਿਗੇਡੀ ਸਾਹਿਬ ਪਲੀਜ਼। ਚਾਵਾ ਸਾਹਿਬ, ਇਸ ਤਰ੍ਹਾਂ ਕਿ ਜਿਹੜਾ ਕੈਪਟਨ ਸਾਹਿਬ ਇਹ ਬੜੇ ਚੰਗੇ ਸੱਚੇ ਸੁੱਚੇ ਆਦਮੀ ਨੇ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਗਲਤ ਫਹਿਮੀ ਹੋ ਗਈ ਹੈ। ਉਹ ਅਸੀਂ ਐਜ਼ ਅ ਆਰਗੇਨਾਈਜੇਸ਼ਨ ਕਲੀਅਰ ਵੀ ਕਰ ਚੁੱਕੇ ਹਾਂ, ਪਰ ਜੇ ਇਹਨਾਂ ਦਾ ਕੋਈ ਹੋਰ ਹੈ, ਸਾਡੀ ਆਰਗੇਨਾਈਜੇਸ਼ਨ ਦੀ ਜਦੋਂ ਮੀਟਿੰਗ ਹੋਊਗੀ ਉੱਥੇ ਕਲੀਅਰ ਕਰ ਦਾਂਗੇ। ਕੋਈ ਐਸੀ ਗੱਲ ਨਹੀਂ ਹੈ ਕਿ ਮੈਂ ਇਹਨਾਂ ਨਾਲ ਕੋਈ ਕੀਤਾ। ਯੈਸ, ਜਦੋਂ ਮੈਂ ਅਮਰੀਕਾ ਸੀਗਾ ਉੱਥੇ ਸਾਡੀ ਇਲੈਕਸ਼ਨ ਹੋਈ ਸੀ, ਇਹਨਾਂ ਨੇ ਹੈਲਪ ਕੀਤੀ ਸੀ, ਪਰ ਇਹ ਹੁਣ ਚਾਹੁੰਦੇ ਆ ਕਿ ਮੈਂ ਇਹਨਾਂ ਦੇ। ਤੁਸੀਂ ਬੜੇ ਗਰਮ ਹੋ, ਹੌਲੀ ਬੋਲੋ।
ਤੁਸੀਂ ਮੈਨੂੰ ਮੌਕਾ ਦਿਓ ਅੱਜ। ਹੌਲੀ ਹੁਣ ਇਹ ਮੌਕਾ ਮੈਂ ਵੇਖੋ ਤੁਸੀਂ ਇਹਦੇ ਬਾਰੇ ਮੈਨੂੰ ਤੁਹਾਡੀ ਕੁਝ ਦੋਨਾਂ ਪਾਸਿਆਂ ਦੀ ਪਹਿਲਾਂ ਸਟੋਰੀ ਦਾ ਪਤਾ। ਮੇਰੇ ਲਈ ਤੁਸੀਂ ਦੋਨੋਂ ਮਾਣ ਸਨਮਾਨਯੋਗ ਹੋ, ਠੀਕ ਹੈ, ਦੋਨੋਂ ਹੀ। ਦੋਨਾਂ ਨੇ ਹੀ ਦੇਸ਼ ਦੀ ਵੇਖੋ ਫੌਜ ਦੇ ਵਿੱਚ ਬਹੁਤ ਤੁਸੀਂ ਕੈਪਟਨ ਹੋ, ਬ੍ਰਿਗੇਡੀਅਰ ਨੇ। ਮੈਂ ਨਹੀਂ ਚਾਹੁੰਦਾ ਕਿ ਕਮਿਊਨਿਟੀ ਦੇ ਵਿੱਚ ਵੇਖੋ ਨਿੱਕੀ ਜੀ ਗੱਲ ਅੱਧੀ ਸੁਣਨੀ ਆ ਅੱਧੀ ਨਹੀਂ ਸੁਣਨੀ। ਤੁਹਾਡੀ ਦੋਨਾਂ ਦੀ ਸ਼ਖਸੀਅਤ ਤੇ ਫਰਕ ਪੈਣਾ, ਤੁਹਾਡੀ ਦੋਨਾਂ ਦੀ ਸ਼ਖਸੀਅਤ ਦੇ ਤੇ ਦਾ ਅਸਰ ਬਹੁਤ ਪ੍ਰਭਾਵ ਪੈਣਾ। ਪਹਿਲਾਂ ਤਾਂ ਮੈਨੂੰ ਤੁਸੀਂ ਆਪਣੀ ਸਟੋਰੀ ਆਫ ਦੀ ਈਅਰ ਦੱਸ ਦਿਓ, ਮੈਂ ਬ੍ਰਿਗੇਡੀ ਸਾਹਿਬ ਦੇ ਕੋਲ ਸੁਣਨਾ, ਫਿਰ ਤੇ ਮੈਂ ਵੇਖੋ ਤੁਸੀਂ ਬੋਲਣ ਦੇ ਦਿੰਦੇ ਨਹੀਂ। ਸਟੋਰੀ ਪੂਰੀ 8000 ਰੁਪਇਆ ਲਾ ਕੇ ਟੈਸਟ ਬਣਾ ਕੇ ਲਿਆ। ਚਲੋ ਕੋਈ ਨਹੀਂ, ਤੁਸੀਂ 10-20 ਹਜ਼ਾਰ ਆਪਾਂ ਹੋਰ ਵੀ ਲਾ ਦਾਂਗੇ, ਕੋਈ ਗੱਲ ਨਹੀਂ। ਤੇ ਤੁਸੀਂ ਬਾਅਦ ਚ ਕਾਲ ਕਰ ਲਿਓ, ਮੇਰੀ ਮੰਨ ਲਓ ਅੱਜ, ਠੀਕ ਹੈ। ਉਹ ਚਾਵਲਾ ਸਾਹਿਬ ਹੱਥੀ ਦੇ ਦਿੰਦੇ ਖਾਣ ਕੋਈ ਨਹੀਂ ਨਾ ਗੱਲ ਕਹੋ ਤੁਸੀਂ, ਇਹ ਗਲਤ ਗੱਲ ਹੈ। ਫਿਰ ਤੁਸੀਂ ਵੇਖੋ ਇਹ ਗਲਤ ਗੱਲ ਕਹਿ ਰਹੇ ਹੋ। ਵੇਖ ਮੈਨੂੰ ਆਵਾਜ਼ ਵੋਲੀਅਮ ਘੱਟ ਕਰਨ ਦੀ ਗੱਲ ਤੁਸੀਂ ਕਹਿ ਰਹੇ ਹੋ, ਨਹੀਂ ਪਲੀਜ਼ ਇਹ ਗੱਲ ਨਾ ਕਹੋ ਤੁਸੀਂ। ਮੈਨੂੰ ਨਹੀਂ ਪਤਾ ਤੁਹਾਡੀ ਇੰਡੀਵਿਜੂਅਲ ਕੀ ਆ, ਤੁਸੀਂ ਇਹ ਇਨਸਲਟ ਕਰ ਰਹੇ ਹੋ। ਮੈਂ ਫਿਰ ਕੱਟਾਂਗਾ, ਫਿਰ ਤੁਸੀਂ ਮੇਰੇ ਨਾਲ ਲੜਨਾ ਨਹੀਂ। ਫਿਰ ਪਲੀਜ਼ ਕੈਪਟਨ ਸਾਹਿਬ, ਤੁਸੀਂ ਬੜੇ ਦਿਨਾਂ ਬਾਅਦ ਫੋਨ ਕੀਤਾ ਵਾ, ਬਹੁਤ ਦਿਨਾਂ ਬਾਅਦ, ਮਹੀਨਿਆਂ ਬਾਅਦ ਫੋਨ ਕੀਤਾ ਤੁਸੀਂ। ਆਪਣੀ ਪਹਿਲਾਂ ਵੀ ਆਰਗੂਮੈਂਟ ਹੋਈ ਆ, ਕਿਸੇ ਆਰਗੂਮੈਂਟ ਦੇ ਜਰੀਏ ਹੀ ਤੁਸੀਂ ਮੈਨੂੰ ਦੁਬਾਰਾ ਰੋਸ ਹੁੰਦਾ। ਮੈਂ ਤੁਹਾਡਾ ਸਤਿਕਾਰ ਵੀ ਕਰਦਾ, ਲਵ ਯੂ। ਮੈਨੂੰ ਤੁਸੀਂ ਮੇਰੇ ਨਾਲ ਵੱਡੇ ਹੋ, ਪਰ ਮਾਫ ਕਰੋ, ਮੈਂ ਇਸ ਚੱਕਰ 'ਚ ਨਹੀਂ ਪੈਣਾ ਚਾਹੁੰਦਾ, ਕਿਉਂਕਿ ਮੈਨੂੰ ਸਟੋਰੀ ਦਾ ਨਹੀਂ ਪਤਾ, ਫਿਰ ਮੈਂ ਇੱਕ ਗੱਲ ਨਹੀਂ ਕਰਨਾ ਚਾਹੁੰਦਾ, ਠੀਕ ਹੈ। ਸੋ ਸੌਰੀ ਫॉर दैट, ਮਾਫੀ ਚਾਹੁੰਦਾ ਜੀ। ਬ੍ਰਿਗੇਡੀਅਰ ਸਾਹਿਬ ਕਿਵੇਂ ਦੇ ਜਾ ਚੱਕਾਂ ਜੀ? ਕੋਈ ਗੱਲ ਨਹੀਂ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਨੂੰ ਅਸੀਂ ਸੈਕਟਰੀ ਲਾਇਆ ਸੀ, ਪਰ ਪ੍ਰੋਬਲਮ ਇਹ ਸੀਗੀ ਕਿ ਇਹਨਾਂ ਨੂੰ ਲਿਖਣਾ ਨਹੀਂ ਆਉਂਦਾ। ਇਹਨਾਂ ਨੇ ਇੱਕ ਕੋਈ ਹੋਰ ਸੱਜਣ ਨਾਲ ਲਿਆ ਕੇ ਸਾਡੀ ਜਿੰਨੀ ਵੀ ਡਾਕੂਮੈਂਟ ਸੀਗੇ ਉਹਨਾਂ ਤੋਂ ਐਂਟਰੀ ਕਰਾਉਂਦੇ ਰਹੇ ਆ, ਜਿਹੜਾ ਕਿ ਜਿੰਨੇ ਵੀ ਮੈਂਬਰ ਨੇ ਆਬਜੈਕਟ ਕੀਤਾ। ਇੱਥੇ 500 ਮੈਂਬਰ ਹੈ, ਸਾਡੇ 40-50 ਮੈਂਬਰ ਇਸ ਵੇਲੇ ਸੁਣ ਵੀ ਰਹੇ ਹੋਣੇ। ਜੇ ਤੁਸੀਂ ਉਹ ਲਾਈਨ ਖੋਲ ਦੋ ਤਾਂ ਫਿਰ ਉਹ ਇਸ ਚੀਜ਼ ਤੇ ਮੈਂ ਜ਼ਿਆਦਾ ਨਹੀਂ ਪੈਣਾ ਚਾਹੁੰਦਾ। ਬਾਕੀ ਠੀਕ ਹੈ, ਮੈਂ ਹੀ ਇਜ਼ ਅ ਗੁੱਡ ਪਰਸਨ, ਚੰਗੇ ਇਨਸਾਨ ਹੈ। ਕਈ ਵਾਰੀ ਗੁੱਸੇ 'ਚ ਆ ਜਾਂਦੇ, ਕਈ ਵਾਰੀ ਇਸ ਤਰ੍ਹਾਂ ਹੋ ਜਾਂਦੀ, ਕੋਈ ਗਲਤਫਹਿਮੀ ਹੈ, ਬਾਕੀ ਉਹਨਾਂ ਦੀ ਮਰਜ਼ੀ ਹੈ। ਨਹੀਂ ਚਲੋ ਕੋਈ ਨਹੀਂ, ਜਦੋਂ ਉਹਨਾਂ ਨੇ ਕਾਲ ਕਰ ਲਈ ਆ ਫਿਰ ਆਪਾਂ ਇਹਦੀ ਹੁਣ ਆਪਾਂ ਉਹਨਾਂ ਦੇ ਪ੍ਰਤੀ ਵੀ ਕੋਈ ਲਫ਼ਜ਼ ਕਾਲ ਨਹੀਂ ਖੋਲਾਂਗੇ। ਮੈਨੂੰ ਪਤਾ ਆ ਸੁਭਾਅ ਉਹਨਾਂ ਦਾ ਬਹੁਤ ਮਿੱਠ ਬੋਲੜੇ ਨੇ, ਬੜੇ ਵਧੀਆ ਨੇ, ਨੇਕਸ ਨੇ, ਹੈਲਪਫੁਲ ਨੇ, ਮਦਦ ਕਰਦੇ ਨੇ, ਸੱਚੇ ਸੁੱਚੇ ਨੇ। ਔਰ ਹਾਂ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਐਂਟਰੀਆਂ ਕਿਸੇ ਹੋਰ ਕੋ ਕਰਾਉਣੀਆਂ, ਜੇ ਡਿਊਟੀ ਤੁਹਾਨੂੰ ਮਿਲੀ ਹੈ, ਇਹਦਾ ਮਤਲਬ ਤੁਸੀਂ ਨਾਲ ਇੱਕ ਸੈਕਟਰੀ ਰੱਖ ਲਿਆ, ਉਹ ਤਾਂ ਠੀਕ ਨਹੀਂ ਨਾ। ਉਹ ਤਾਂ ਫਿਰ ਜਿਹੜੀ ਡਿਊਟੀ ਤੁਹਾਨੂੰ ਮਿਲੀ ਆ ਇਹਦਾ ਸਪਸ਼ਟੀਕਰਨ ਆਪਾਂ ਲੈ ਲਾਂਗੇ। ਪਰ ਆਪਾਂ ਇੱਕ ਵਾਈਂਡ ਅਪ ਕਰੀਏ, ਮੇਰੇ ਕੋਲ ਜਿਹੜਾ ਇੱਕ ਕਾਲ ਹੋ ਰਿਹਾ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਤੇ ਫਿਰ ਸਮਾਂ ਜਿਹੜਾ ਹੈ ਰਾਜਨੀਤਿਕ ਚਰਚਾ ਵੀ ਕਰ ਲੈਂਦੇ ਹਾਂ। ਵੈਲਕਮ ਜੀ। ਹੈਲੋ। ਵੈਸੇ ਕੈਪਟਨ ਸਾਹਿਬ ਤੁਸੀਂ ਮੇਰੇ ਸਤਿਕਾਰਯੋਗ ਹੋ, ਮੇਰੇ ਬਜ਼ੁਰਗਾਂਯੋਗ ਹੋ। ਬੜੀ ਵਧੀਆ ਇੱਕ ਗੱਲਬਾਤ ਚੱਲਦੀ ਪਈ ਸੀ, ਬਹੁਤ ਵਧੀਆ ਡਿਸਕਸ਼ਨ ਚੱਲਦੀ ਪਈ ਸੀ। ਸਿਆਣਪ ਪਤਾ ਇਹਦੇ 'ਚ ਸੀਗੀ, ਤੁਸੀਂ ਮੈਨੂੰ ਸਵੇਰੇ ਫੋਨ ਕਰਦੇ ਜਾਂ ਇੰਟਰਵਿਊ ਤੋਂ ਬਾਅਦ ਫੋਨ ਕਰਦੇ ਕਿ ਚਾਵਲਾ ਜੀ ਬ੍ਰਿਗੇਡੀਅਰ ਸਾਹਿਬ ਨੂੰ ਬੜੇ ਅਦਬ ਮਾਨ ਨਾਲ ਸੁਣਿਆ, ਆ ਮੇਰੀ ਵੀ ਇੱਕ ਸ਼ਿਕਾਇਤ ਹੈ, ਜਿਹੜਾ ਪੁੱਛ ਲਓ। ਹਾਂਜੀ, ਤੇ ਮੈਂ ਜ਼ਰੂਰ, ਤੁਹਾਨੂੰ ਪਤਾ ਕਿ ਮੈਂ ਤਹਿ ਤੱਕ ਜਾਣਾ ਹੁੰਦਾ ਗੱਲ ਦੀ, ਹੈ ਨਾ, ਤੇ ਫਿਰ ਮੈਂ ਪੁੱਛਦਾ। ਪਰ ਅੱਜ ਤੁਸੀਂ ਦੁੱਧ 'ਚ ਕਾਂਜੀ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਠੀਕ ਨਹੀਂ। ਇਹ ਤੁਹਾਡੀ ਪਰਸਨਲ ਜਿਹੜੀਆਂ ਰੰਜਿਸ਼ਾਂ, ਵੇਖੋ ਕਿੱਥੇ ਵੱਡੇ ਵੱਡੇ ਸ਼ਹੀਦਾਂ ਦੀਆਂ ਗੱਲਾਂ ਹੋ ਰਹੀਆਂ, ਕਿੱਥੇ ਵੱਡੇ ਵੱਡੇ ਜਿਹੜੇ ਨੇ ਉਹਨਾਂ ਨੇ ਜਿਹਨਾਂ ਰੁਤਬੇ ਪ੍ਰਾਪਤ ਕੀਤੇ ਨੇ ਉਹਨਾਂ ਦੀਆਂ ਗੱਲਾਂ ਹੋ ਰਹੀਆਂ ਨੇ। ਤੁਹਾਡੇ ਲੱਗੇ ਹੋਏ ਸਟਾਰਾਂ ਦੀ ਗੱਲ ਹੋ ਰਹੀ ਹੈ, ਉਹਨਾਂ ਨੂੰ ਰੁਤਬੇ ਮਾਣ ਦਿਵਾਉਣ ਦੀ ਗੱਲ ਹੋ ਰਹੀ ਹੈ। ਤੁਹਾਡੀ ਆਪਣੀ ਇੱਕ ਇੰਡੀਵਿਜੂਅਲ ਜਿਹੜੀ ਗੱਲ ਨੇ, ਇਹਨੂੰ ਮੋੜ ਦਿੱਤਾ। ਮੇਰੇ ਖਿਆਲ ਦੇ ਵਿੱਚ ਬਹੁਤ ਲੋਕ ਤੁਹਾਡੀ ਰਿਸਪੈਕਟ ਵੀ ਕਰਦੇ ਨੇ, ਪਰ ਆਹ ਚੀਜ਼ ਤੁਹਾਨੂੰ ਸਾਈਡ ਇਫੈਕਟ ਕਰੇਗੀ ਬਹੁਤ ਜ਼ਿਆਦਾ। ਬਲੀਵ ਮੀ ਔਰ ਨਾਟ, ਤੁਸੀਂ ਉਮਰ ਦੇ ਬਹੁਤ ਉਸ ਪ੍ਰਾਰ ਦੇ ਵਿੱਚ ਹੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਪਰ ਅੱਜ ਆਹ ਗੱਲ ਕਰਨੀ ਤੁਹਾਡੇ ਲਈ ਸ਼ੋਭਾ ਨਹੀਂ ਦਿੰਦੀ ਸੀਗੀ ਕਿ ਬ੍ਰਿਗੇਡੀਅਰ ਸਾਹਿਬ ਨੇ ਮੇਰੇ ਨਾਲ ਕੀਤਾ ਜਾਂ ਉਹ ਕੀਤਾ। ਹਰ ਬੰਦਾ ਯਾਰ, ਮੇਰੀ ਕਿੰਨੀ ਆਰਗੂਮੈਂਟ ਹੁੰਦੀ ਆ ਆਫ ਦੀ ਈਅਰ, ਤੁਹਾਡੀ ਮੇਰੀ ਕਿੰਨੀ ਆਰਗੂਮੈਂਟ ਹੁੰਦੀ ਆ। ਆਪਾਂ ਦੋਨੋਂ ਕੈਪਟਨ ਸਾਹਿਬ, ਤੁਸੀਂ ਤੇ ਮੈਂ ਆਫ ਦੀ ਈਅਰ ਕਿੰਨਾ ਲੜਾਈ ਕਰਦੇ ਆ। ਜਦੋਂ ਤੁਹਾਨੂੰ ਮੈਂ ਕੱਟਦਾ ਕਿੰਨੀ ਤੁਸੀਂ ਮੇਰੇ ਨਾਲ ਆਰਗੂਮੈਂਟ ਕਰਦੇ ਹੋ। ਕਦੀ ਆਪਾਂ ਏਅਰ ਤੇ ਡਿਸਕਸ ਕੀਤੀ ਹੈ? ਨਹੀਂ, ਇੱਦਾਂ ਨਹੀਂ ਚਾਹੀਦਾ। ਜਿਹੜੀ ਜਥੇਬੰਦੀਆਂ ਦੀਆਂ ਇੰਡੀਵਿਜੂਅਲ ਗੱਲਾਂ ਹੁੰਦੀਆਂ ਨੇ, ਬੜਾ ਕੁਝ ਹੁੰਦਾ ਹੈ, ਉੱਥੇ ਰਹਿਣ ਦੇਣੀ ਚਾਹੀਦੀਆਂ ਨੇ, ਫਿਰ ਖਿਲਾਰਾ ਪੈਂਦਾ, ਸਿਆਣੇ ਬਣੀਦਾ ਹੁੰਦਾ। ਤੁਸੀਂ ਬਹੁਤ ਸਤਿਕਾਰਯੋਗ ਹੋ। ਹਾਂਜੀ, ਵੈਲਕਮ ਜੀ। ਹਾਂਜੀ, ਦੁਬਾਰਾ ਮੈਂ ਕਾਲ ਕਰਨ ਲੱਗਾ ਦਿਲਬਾਗ ਜੀ। ਤੇ ਉਹ ਜਿੱਦਾਂ ਆਪਣੀ ਉਹ ਗੱਲ ਹੀ ਸਾਰੀ ਲੜੀ ਟੁੱਟ ਗਈ, ਜਿੱਦਾਂ ਤੁਸੀਂ ਕਹਿ ਰਹੇ ਹੋ ਜੀ ਜੀ। ਤੇ ਉਹ ਜਿੱਦਾਂ ਗੱਲ ਚੱਲੀ ਸੀ, ਬ੍ਰਿਗੇਡੀਅਰ ਸਾਹਿਬ ਵੀ ਕਹਿ ਰਹੇ ਵੀ ਸੋਲਜਰ ਦਾ ਧਰਮ ਹੁੰਦਾ ਵੀ ਆਪਦੇ ਝੰਡੇ ਵਾਸਤੇ ਲੜਨਾ। ਤੇ ਮੇਰੇ ਹਿਸਾਬ 'ਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਤਾਂ ਹੀ ਜਦੋਂ ਉਹ ਜਲ ਛਕਾ ਰਹੇ ਸੀਗੇ, ਮੈਂ ਨਾ ਥੋੜਾ ਵਿਸਰ ਗਿਆ ਵਿੱਚ ਗੱਲਬਾਤ, ਭਾਈ ਕਨਈਆ ਜੀ। ਹਾਂਜੀ ਹਾਂਜੀ। ਤੇ ਉਹਨਾਂ ਨੂੰ ਕਿਹਾ ਸੀ ਵੀ ਦੋਵਾਂ ਨੂੰ ਛਕਾਓ ਜੀ। ਤੇ ਮੇਰੇ ਹਿਸਾਬ 'ਚ ਉਹਨਾਂ ਦਾ ਵੀ ਇਹੋ ਹੀ ਸੀਗਾ ਵੀ ਸੋਲਜਰ ਤੇ ਸੋਲਜਰ ਹੀ ਹੈ। ਹਾਂ ਬਿਲਕੁਲ, ਭਾਈ ਕਨਈਆ ਜੀ, ਜਿਨ੍ਹਾਂ ਨੂੰ ਮਹਿਲਮ ਪੱਟੀ ਦਿੱਤੀ ਸੀ ਨਾਲ ਉਹਨਾਂ ਨੇ।
ਮਲਮ ਪੱਟੀ ਵੀ ਲਾ ਦਿਓ। ਬ੍ਰਿਗੇਡ ਸਾਹਿਬ ਚਲੋ ਮਾਫੀ ਦੇ ਜਾਚਕਾਂ, ਥੋੜਾ ਜਿਹਾ ਮੂਡ ਖਰਾਬ ਹੋ ਗਿਆ। ਮੈਂ ਇੱਕ ਕਮੈਂਟ ਕਰਨਾ ਬੜਾ ਆਨਰੇਬਲੀ, ਇੱਕ ਕਿਉਂਕਿ ਇਹ ਟੌਪਿਕ ਛਿੜ ਗਿਆ। ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਇੰਟਰਨਲ ਇਨਵੈਸਟੀਗੇਸ਼ਨ ਹੋਈ, ਉਹਦੀ ਪੂਰੀ ਰਿਪੋਰਟ ਮੈਂ ਤੁਹਾਨੂੰ ਭੇਜ ਦਾਂਗਾ ਔਰ ਤੁਸੀਂ ਦੇਖ ਲਿਓ। ਔਰ ਦੂਸਰਾ ਉਹਨਾਂ ਨੂੰ ਸਮਝਾ ਦਿਓ। ਔਰ ਦੂਸਰਾ ਮੈਂ ਇਹ ਕਹਿਣਾ ਚਾਹੁੰਦਾ, ਉਹਨਾਂ ਨੇ ਇੱਕ ਲਫ਼ਜ਼ ਵਰਤਿਆ ਹਾਥੀ ਕੇ ਦਾঁਤ। ਕਿ ਕੋਈ ਵੀ ਸੱਜਣ, ਲੱਖਾਂ ਸੱਜਣ ਤੁਹਾਨੂੰ ਸੁਣ ਰਹੇ ਹੋਣੇ, ਇੱਕ ਵੀ ਸੱਜਣ ਕਹਿ ਦੇਵੇ ਕਿ ਮੈਂ ਉਹ ਜੋ ਪ੍ਰੀਚ ਕਰਦਾ ਉਹ ਤੋਂ ਅਲੱਗ ਹੈ, ਤੇ ਮੈਂ ਮੀਡੀਆ ਤੇ ਆਉਣਾ ਨਹੀਂ। ਮੈਂ ਉਸ ਦੀ ਖਿਮਾ ਦਾ ਜਾਚਕਾਂ ਜੀ। ਵੇਖੋ ਗੱਲ ਇਹ ਆ ਕਿ ਇਹ ਲਫ਼ਜ਼ ਨਹੀਂ ਵਰਤਣੇ ਚਾਹੀਦੇ ਸੀ। ਮੈਂ ਖੁਦ ਜਿਹੜੀ ਆ ਉਹ ਇਸ ਚੀਜ਼ ਦੀ ਮਾਫੀ ਚਾਹੁੰਦਾ। ਹਾਲਾਂਕਿ ਮੈਂ ਸਾਇਰਨ ਵੀ ਵਜਾਏ, 1-2 ਵਜੇ ਵੀ ਨੇ, ਪਰ ਫਿਰ ਵੀ ਜਿਹੜੇ ਕਿਸੇ ਵੇਲੇ ਇੰਨੀ ਸਤਿਕਾਰਯੋਗ ਸ਼ਖਸੀਅਤਾਂ ਹੁੰਦੀਆਂ ਨੇ ਜਿਹੜੀਆਂ ਉਮਰ ਦਰਾਜ ਹੁੰਦੀਆਂ ਨੇ, ਉਹਨਾਂ ਤੋਂ ਇਹ ਚੀਜ਼ ਦੀ ਆਸ ਨਹੀਂ ਰੱਖੀ ਜਾਂਦੀ ਕਿ ਉਹ ਆਪਣੀ ਟੇਬਲ 'ਤੇ ਹੋਈਆਂ ਤੁਹਾਡੀਆਂ ਜਥੇਬੰਦੀ ਦੀਆਂ ਗੱਲਾਂ ਜਿਹੜੀਆਂ ਨੇ, ਤੁਸੀਂ ਏਡੇ ਵੱਡੇ ਟਾਕ ਸ਼ੋਅ ਦੇ ਵਿੱਚ ਦੁਨੀਆ ਤੁਹਾਨੂੰ ਸੁਣ ਰਹੀ ਹੈ, ਵਰਲਡ ਵਾਈਡ ਤੁਹਾਨੂੰ ਇਸ ਪ੍ਰੋਗਰਾਮ ਨੂੰ ਜਿਹੜਾ ਸੁਣਿਆ ਜਾਣਾ ਹੈ, ਉਹਦੇ ਵਿੱਚ ਤੁਸੀਂ ਆ ਕੇ ਇਸ ਤਰ੍ਹਾਂ ਦੀ ਗੱਲ ਕਰੋ ਕਿ ਸਾਡੇ ਨਾਲ ਆ ਹੋਇਆ, ਸਾਡੇ ਨਾਲ ਕਿੱਥੇ ਸ਼ਹੀਦਾਂ ਦੀ ਮਾਨ ਸਨਮਾਨ ਦੀ ਗੱਲ ਹੋ ਰਹੀ ਹੈ, ਕਿੱਥੇ ਤੁਸੀਂ ਆਪਣੇ ਪਤਾ ਨਹੀਂ ਕਿੱਧਰ ਨੂੰ ਗੱਲ ਤੋਰ ਲਈ। ਮਾਫੀ ਚਾਹੁੰਦੇ ਹਾਂ ਜੀ। ਖੈਰ ਆਓ। ਅੱਛਾ, ਤੁਸੀਂ ਜ਼ਰੂਰ ਬਿਲਕੁਲ ਇਸ ਬੱਚੀ ਦੇ, ਸਾਡੀ ਧੀ ਦੇ ਬਿਲਕੁਲ ਕੰਪੇਨ ਦੇ ਵਿੱਚ ਵੀ ਸ਼ਾਮਲ ਹੋਵੋਗੇ। ਮੁਸ਼ਕਲਾਂ ਆ ਰਹੀਆਂ ਨੇ ਅੱਜ ਕੱਲ੍ਹ, ਪਤਾ COVID-19 ਦੇ ਵਿੱਚ। ਮੈਂ ਗੱਲ ਕਰਨ ਲੱਗਾ ਬਰੈਂਪਟਨ ਸੈਂਟਰ ਤੋਂ ਪ੍ਰੀਤ ਪੰਨੂ, ਜੋ ਲਿਬਰਲ ਪਾਰਟੀ ਦੀ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਨੋਮੀਨੇਸ਼ਨ ਚੋਣ ਮੈਦਾਨ ਦੇ ਵਿੱਚ ਨੇ। ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਓਨੈਸਟਲੀ ਸਾਡੀ ਕਮਿਊਨਿਟੀ ਦੀ ਮੈਂ ਦੱਸ ਦੇਣਾ ਕਿ ਹੋ ਸਕਦਾ ਇਸ ਬੱਚੀ ਕਰਕੇ ਜਿੰਨੇ ਵੀ ਸੱਜਣ ਨੇ ਕਮਿਊਨਿਟੀ ਦੇ, ਸਾਰਿਆਂ ਤੋਂ ਪੋਜ਼ਿਟਿਵ ਰਿਸਪੌਂਸ, ਜਿਹੜੇ ਸਾਰੇ ਮਤਲਬ ਗਰੁੱਪ ਸਾਨੂੰ ਸਪੋਰਟ ਕਰ ਰਹੇ ਨੇ। ਔਰ ਬੱਚੀ ਨੇ ਸੋਸ਼ਲ ਵਰਕ ਕੀਤਾ ਬਰੈਂਪਟਨ ਸੈਂਟਰ ਦੇ ਵਿੱਚ। ਨਾਈਟ ਸਟੇਬਲ ਇੱਕ ਆਰਗੇਨਾਈਜੇਸ਼ਨ ਹੈ, ਫੂਡ ਬੈਂਕ ਚਲਾਉਂਦੇ ਆ। ਨਾਈਟ ਸਟੇਬਲ ਨੇ ਇਹਨਾਂ ਨੂੰ ਬੋਰਡ ਆਫ ਡਾਇਰੈਕਟਰ ਤੇ ਵੀ ਲਿਆ। ਤੋ ਉਹ ਜਿਹੜਾ ਗਰੀਬ ਲੋਕ ਉੱਥੇ ਫੂਡ ਲੈਣ ਆਉਂਦੇ ਸੀ, ਉਹਨੇ ਇਹਨੂੰ ਮੋਟੀਵੇਟ ਕੀਤਾ। ਸਾਡਾ ਕੋਈ ਹੱਥ ਨਹੀਂ ਵੀ ਉਹਨੂੰ ਕਹਿਣ ਕਿ ਤੂੰ ਲੜ। ਉਹ ਮੋਟੀਵੇਸ਼ਨ ਤੋਂ ਹੋ ਕੇ ਵੀ ਚਲੋ ਆਈ ਕੈਨ ਡੂ ਸਮਥਿੰਗ ਫਾਰ ਬਰੈਂਪਟਨ। ਅਦਰਵਾਈਜ਼ ਉਹਦੀ ਫਰਮ ਹੈ KPA ਲਾਇਰ, 20 ਲਾਇਰ ਉਹਦੇ ਥੱਲੇ ਆ। ਤੋ ਈਵਨ MP ਦੀ ਤਨਖਾਹ ਉਨੀ ਨਹੀਂ ਹੋਣੀ ਜਿੰਨੀ ਕਿ ਉਹ ਆਪਣੀ ਫਰਮ ਤੋਂ ਆ। ਤੇ ਪੈਸੇ ਦੀ ਗੱਲ ਨਹੀਂ ਹੈ, ਇਟ ਇਜ਼ ਜਸਟ ਟੂ ਕ੍ਰੀਏਟ ਕੋਈ ਚੇਂਜ ਕਰਨ ਦੀ ਮੋਟੀਵੇਸ਼ਨ ਹੈ। ਔਰ ਸਾਡੀ ਪੂਰੀ ਹੈਗੀ ਆ ਸਪੋਰਟ, ਤੁਹਾਡੀ ਸਾਰਿਆਂ ਦੀ, ਮੀਡੀਆ ਦੀ ਸਪੋਰਟ ਹੈ ਔਰ ਸਾਰੇ ਸੱਜਣਾਂ ਦੀ ਸਪੋਰਟ ਹੈ। ਉਹਨਾਂ ਦੀ ਮਿਹਰਬਾਨੀ ਕਰਦੇ ਆ। ਪਰ ਸਿਰਫ ਸਾਡਾ ਇੱਕ ਹੈਂਡੀਕੈਪ ਹੈ, ਕਿਉਂਕਿ ਜਿਵੇਂ ਤੁਹਾਨੂੰ ਪਤਾ ਕਿ ਇਹਦੀ ਇਲੈਕਸ਼ਨ 3-4 ਹਫ਼ਤੇ 'ਚ ਹੋਣੀ ਹੈ ਨੋਮੀਨੇਸ਼ਨ ਲਈ। ਉਹਦੇ ਲਈ ਕੁਛ ਕੈਂਡੀਡੇਟ ਨੇ, ਇੱਕ ਫਿਲਪੀਨੋ ਕਮਿਊਨਿਟੀ ਤੋਂ ਆ ਕਾਫੀ ਸਟਰੋਂਗ, ਇੱਕ ਹੋਰ ਹੈ ਅਫਰੀਕਨ ਕਮਿਊਨਿਟੀ ਤੋਂ ਸਟਰੋਂਗ ਕੈਂਡੀਡੇਟ ਨੇ, ਬਟ ਉਹ ਵੀ ਇਕੁਅਲੀ ਪੜ੍ਹੇ ਲਿਖੇ ਨੇ। ਔਰ ਇਸ ਵੇਲੇ ਨੰਬਰ ਦੀ ਗੇਮ ਹੈ। ਔਰ ਮੈਂ ਰਿਕੁਐਸਟ ਕਰਦਾ ਜਿੰਨੇ ਕੋਸ ਏਰੀਏ 'ਚ ਰਹਿੰਦੇ ਨੇ, ਜਿੰਨੇ ਸੱਜਣ ਜਾਂ ਉਹਨਾਂ ਦੇ ਭਾਈਬੰਦ ਰਹਿੰਦੇ ਨੇ, ਕਾਈਂਡਲੀ ਉਹਨਾਂ ਨੂੰ ਕਹਿ ਦਿਓ, ਉਹਨਾਂ ਦੇ ਨੰਬਰ ਦੇ ਦਿਓ, ਕਿਉਂਕਿ ਅਸੀਂ ਡੋਰ ਨੌਕਿੰਗ ਕਰ ਨਹੀਂ ਸਕਦੇ। ਅਦਰਵਾਈਜ਼ ਤਾਂ ਅਸੀਂ ਇੱਕ ਦਿਨ 'ਚ 3-4 ਹਜ਼ਾਰ ਵੋਟਾਂ ਬਣਾ ਦੇਣੀਆਂ ਸੀਆਂ। ਜਿਵੇਂ ਰਿਸਪੈਕਟ ਹੈ ਤੁਹਾਡੀ ਸਾਰਿਆਂ ਦੀ, ਮੀਡੀਆ ਦੀ, ਪਰ ਅਸੀਂ ਹਾਲੇ ਵੀ ਠੀਕ ਹੈ। ਜਾਂ ਉਹ ਸਾਨੂੰ ਕਾਲ ਕਰ ਲੈਣ, ਕਿਉਂਕਿ ਰਾਦਰ ਦੈਨ ਅਸੀਂ ਸੱਜਣਾਂ ਨੂੰ ਅਪਰੋਚ ਕਰੀਏ, ਸਾਨੂੰ ਕਾਲ ਕਰਕੇ ਅਸੀਂ ਰਜਿਸਟਰ ਕਰ ਦਾਂਗੇ। ਜਾਂ preetpannu.ca ਉਹ ਤੇ ਆਨਲਾਈਨ ਕਰ ਸਕਦੇ ਆ। ਆਨਲਾਈਨ ਹੀ ਵੋਟ ਪੈਣੀ ਹੈ, ਈਮੇਲ ਤੇ ਵੋਟ ਪੈਣੀ ਹੈ, ਈਮੇਲ ਤੇ ਉਹਨਾਂ ਨੂੰ ਭੇਜਣਾ ਹੋਣੀ ਹੈ, ਸਭ ਕੁਝ ਇਲੈਕਟ੍ਰੋਨਿਕਲੀ ਈਮੇਲ ਤੇ ਹੋਣਾ। ਤੋਂ 2-4 ਹਫ਼ਤੇ ਹੈ, ਸਾਡੀ ਰਿਕੁਐਸਟ ਹੈ, ਕਿਉਂਕਿ ਹੈਂਡੀਕੈਪ ਹੈ ਸਾਡਾ ਥੋੜਾ ਕਿ ਡੋਰ ਨੌਕਿੰਗ ਨਹੀਂ ਕਰ ਸਕਦੇ। ਵੈਸੇ ਸਪੋਰਟ ਅਸੀਂ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਕਹਿੰਦੇ ਆ ਕਮਿਊਨਿਟੀ ਦਾ। ਔਰ ਤੁਹਾਡਾ ਵੀ ਮੈਂ ਬਹੁਤ ਬਹੁਤ ਥੈਂਕ ਯੂ ਕਹਿੰਦਾ ਕਿ ਤੁਸੀਂ ਮੈਨੂੰ ਟਾਈਮ ਦਿੱਤਾ। ਅਸੀਂ ਬੜਾ ਇੱਕ ਟੌਪਿਕ ਕੀਤਾ। ਠੀਕ ਹੈ, ਥੋੜੀ ਜਿਹੀ ਉਹ ਵਿੱਚ ਇਹੋ ਜਿਹੀ ਕਾਲ ਆ ਗਈ, ਉਹ ਵੀ ਆਪਾਂ ਓਵਰਲੋਕ ਕਰੀਏ। ਚਲੋ ਜੀ, ਬਹੁਤ ਮਿਹਰਬਾਨੀ, ਤੁਹਾਡੇ ਵੱਡੇ ਦਿਲ ਦੀ ਦਾਤ ਦਿੰਦੇ ਆ ਜੀ। ਤੁਸੀਂ ਗੱਲਬਾਤ ਚੱਲ ਰਹੀ ਸੀ ਬੜੀ ਵਧੀਆ। ਔਰ ਵੇਖੋ ਸੰਸਾਰ ਸਿੰਘ ਰਾਏ ਹੁਣਾਂ ਨੇ ਕਿੱਡਾ ਵੱਡਾ ਕੱਢਿਆ ਜੀ ਆਪਣੇ ਕੋਲੋਂ, ਕਿ ਜਿਵੇਂ ਮੇਰੇ ਸਤਿਕਾਰਯੋਗ ਪਿਤਾ ਜੀ, ਮੈਨੂੰ ਪਤਾ ਨਹੀਂ, ਮੈਂ ਦਿਖਾਵਾਂਗਾ ਜਦੋਂ ਕਿਤੇ ਇੰਡੀਆ ਤੋਂ ਮੈਡਲ ਲਿਆ ਕੇ, ਵੀ ਇਹ ਵੇਖੋ ਕਿਸ ਤਰ੍ਹਾਂ ਦੇ ਮੈਡਲ ਨੇ, ਹੈ ਨਾ। ਜਿਵੇਂ ਮੈਂ ਜਾਪਾਨ ਦਾ ਜ਼ਿਕਰ ਕੀਤਾ, ਸ਼ਾਇਦ ਹੋ ਸਕਦਾ ਕਿਤੇ ਉੱਥੋਂ ਕਿਤੇ ਇੱਕ ਅੱਧਾ ਮਿਲਿਆ ਹੋਵੇ, ਕਿਉਂਕਿ ਕੋਈ ਵੀ ਹੋ ਸਕਦਾ ਸਿਪਾਹੀ ਹੋਣ ਉਸ ਵਕਤ, ਬੜੀ ਪੁਰਾਣੀ ਗੱਲ ਹੈ। ਮੈਂ ਤਾਂ ਛੋਟਾ ਜਿਹਾ ਸੀ, ਸ਼ਾਇਦ ਉਦੋਂ ਬਾਅਦ ਅਸੀਂ ਪੈਦਾ ਹੋਏ ਹਾਂ, ਪਤਾ ਨਹੀਂ ਆ, ਬਟ ਉਹ ਦਿਖਾਵਾਂਗੇ ਤੁਹਾਨੂੰ। ਅਤੇ ਜਿਵੇਂ ਸਰਦਾਰ ਸੰਸਾਰ ਸਿੰਘ ਰਾਏ ਹੁਣਾਂ ਨੇ ਕੱਢ ਕੇ ਲਿਆਂਦਾ, ਵੇਖੋ ਆਪਣੇ ਸਤਿਕਾਰਯੋਗ ਦਾਦਾ ਜੀ ਦਾ, ਹੈ ਨਾ।
ਤੇ ਉਹ ਤੁਸੀਂ ਦੇਖੋ ਕਿ ਕਿੰਨੀ ਮਾਣ ਵਾਲੀ ਗੱਲ ਹੈ। ਕੋਈ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ। ਚਲੋ ਐਨੀਵੇ ਫਿਰ ਵੀ ਤੁਹਾਡਾ ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਲਈ ਤੇ ਗੱਲਬਾਤ ਨੂੰ ਰੰਗਲਾ ਪੰਜਾਬ ਵਿੱਚ ਰੱਖਣ ਲਈ। ਧੰਨਵਾਦ। ਨੰਬਰ ਦੇ ਦਿਓ ਆਪਣਾ ਪਲੀਜ਼। ਬਹੁਤ ਬਹੁਤ ਮਿਹਰਬਾਨੀ। ਬ੍ਰਿਗੇਡ ਸਾਹਿਬ ਨੰਬਰ ਦੇਣਾ ਚਾਹੋਗੇ? ਮੇਰਾ ਨੰਬਰ ਹੈ 6475626339। ਜਾਂਦੇ ਜਾਂਦੇ ਇੱਕ ਮੈਸੇਜ ਵੀ ਦੇਣਾ ਕਿ ਸਾਡੀ ਕਮਿਊਨਿਟੀ ਇੱਥੇ ਬਹੁਤ ਤਰੱਕੀ ਕਰ ਰਹੀ ਹੈ। ਪਰਮਾਤਮਾ ਆਪਣੀ ਮਿਹਰ ਰੱਖੇ, ਕਮਿਊਨਿਟੀ ਇਕੱਠੀ ਰਹੇ ਔਰ ਅਸੀਂ ਆ ਕੋਵਿਡ ਨੂੰ ਵੀ ਕਮਿਊਨਿਟੀ ਨੇ ਹਰਾਉਣਾ। ਜਿਹਨੂੰ ਵੀ ਵੈਕਸੀਨੇਸ਼ਨ ਦਾ ਮੌਕਾ ਮਿਲਦਾ ਜ਼ਰੂਰ ਲਵਾਓ ਪਲੀਜ਼। 647 562 6339। ਹਾਂਜੀ 647 562 6339। 6339। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ। ਥੈਂਕ ਯੂ ਜੀ। ਵੌਇਸ ਆਫ ਸਿਟੀ 1320 AM ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਦੋਸਤੋ ਇਹ ਸਨ ਬ੍ਰਿਗੇਡੀਅਰ ਨਵਾਬ ਸਿੰਘ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।